ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ 'ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ 'ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ 'ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦੀ, ਜੋ ਤੁਹਾਨੂੰ ਮਾਸਟਰ ਕੇਡਰ, ਐਨਟੀਟੀ, ਪਟਵਾਰੀ, PSPCL ਅਤੇ ਪੰਜਾਬ ਪੁਲਿਸ ਅਤੇ PSTET ਐਗਜ਼ਾਮ ਦੇ ਲਈ ਹੈਲਪਫੁਲ ਰਹੂ। ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਜਿਹੜਾ ਟੌਪਿਕ ਹੈ, ਕਾਫੀ ਵੱਡਾ ਵੀ ਹੈ। ਸੋ ਇਸ ਕਰਕੇ ਇਸ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰਾਂਗੇ ਤਾਂ ਕਿ ਇਸ ਨੂੰ ਈਜ਼ੀਲੀ ਜਿਹੜਾ ਹੈ ਉਹ ਸਮਝਿਆ ਜਾ ਸਕੇ ਔਰ ਬਹੁਤ ਸਾਰੇ ਜਿਹੜੇ ਹਨ ਕੁਐਸਚਨ ਇਸ ਦੇ ਵਿੱਚੋਂ ਕ੍ਰੀਏਟ ਹੁੰਦੇ ਨੇ ਜੋ ਤੁਹਾਨੂੰ ਈਜ਼ੀਲੀ ਜਿਹੜਾ ਇੱਥੋਂ ਨਾ ਮਿਲ ਜਾਣਗੇ। ਓਕੇ, ਸੋ ਇੱਕ ਜਿਹੜਾ ਜ਼ਰੂਰੀ ਨੋਟਸ ਇਹ ਹੈ ਕਿ ਜਿਹੜੀ ਕਲਾਸਿਸ ਨੇ ਥਿਊਰੀ ਦੀਆਂ ਇਹ ਤੁਹਾਨੂੰ ਆਫਲਾਈਨ ਮਿਲਿਆ ਕਰਨਗੀਆਂ ਅਤੇ ਜਿਹੜੇ MCQ ਨੇ ਇਹ ਤੁਹਾਨੂੰ ਆਨਲਾਈਨ ਮਿਲਿਆ ਕਰਨਗੇ ਔਰ ਆਨਲਾਈਨ ਕਲਾਸ ਦਾ ਜਿਹੜਾ ਟਾਈਮਿੰਗ ਹੈ ਤੁਹਾਨੂੰ ਗਰੁੱਪ ਦੇ ਵਿੱਚ ਮਿਲਿਆ ਕਰੇਗਾ। ਸੋ ਜਦੋਂ ਥਿਊਰੀ ਹੈ ਉਹ ਕੰਪਲੀਟ ਹੋ ਜਾਇਆ ਕਰੇਗੀ ਉਸ ਤੋਂ ਬਾਅਦ ਜਿਹੜੇ MCQ ਕਲਾਸ ਲਗਾਈ ਜਾ ਕਰੂ ਤਾਂ ਕਿ ਤੁਹਾਡੀ ਜਿਹੜੀ ਪ੍ਰੈਕਟਿਸ ਹੋ ਸਕੇ ਕਿ ਤੁਸੀਂ ਇਸ ਚੈਪਟਰ ਨੂੰ ਜਿਹੜਾ ਹੈ ਉਹ ਕਿੰਨਾ ਸਮਝ ਲਿਆ ਹੈ ਅਤੇ ਕਿੰਨੀ ਤੁਹਾਨੂੰ ਹੋਰ ਜ਼ਰੂਰਤ ਹੈਗੀ ਇਸ ਦੇ ਵਿੱਚ ਮਿਹਨਤ ਕਰਨ ਦੇ ਲਈ। ਸੋ ਇਸ ਕਰਕੇ ਅਸੀਂ ਲਾਸਟ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਨਾ, ਸੋ MCQ ਡਿਸਕਸ ਕਰਾਂਗੇ। ਪਹਿਲਾਂ ਥਿਊਰੀ ਜਿਹੜੀ ਹੈ ਆਫਲਾਈਨ ਚੱਲਿਆ ਕਰੇਗੀ, ਚਾਹੇ ਉਹ ਟੌਪਿਕ ਇੱਕ ਦਿਨ ਦੇ ਵਿੱਚ ਕੰਪਲੀਟ ਹੋ ਜਾਵੇ, ਚਾਹੇ 2 ਦਿਨਾਂ ਦੇ ਵਿੱਚ ਅਤੇ ਚਾਹੇ 3 ਦਿਨ ਦੇ ਵਿੱਚ। ਠੀਕ ਹੈ, ਸੋ ਇਹਦਾ ਇੱਕ ਪਰਪਸ ਇਹ ਹੈ ਕਿ ਸਿਲੇਬਸ ਜਿਹੜਾ ਉਹ ਵੱਧ ਤੋਂ ਵੱਧ ਕਵਰ ਕੀਤਾ ਜਾਵੇ। ਸੋ ਇਸ ਲਈ ਜਿਹੜੀਆਂ ਨੇ ਥਿਊਰੀਜ਼ ਆਫਲਾਈਨ ਔਰ MCQ ਜਿਹੜੇ ਉਹ ਆਨਲਾਈਨ ਰੱਖੇ ਜਾਇਆ ਕਰਨਗੇ। ਓਕੇ, ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਹੈ ਜਿਹੜੀਆਂ ਉਹ ਮਿਲਦੀਆਂ ਰਹਿਣੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੋ ਤਾਂ ਪਲੀਜ਼ ਸਪੀਕ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ ਯੂਨਾਈਟਿਡ ਨੇਸ਼ਨ, ਜਿਹਨੂੰ ਸੰਯੁਕਤ ਰਾਸ਼ਟਰ ਸੰਘ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਇੱਕ ਇੰਟਰਨੈਸ਼ਨਲ ਸੰਸਥਾ ਹੈ ਜਿਹੜੀ ਕਿ ਪੂਰੇ ਵਿਸ਼ਵ ਦੇ ਉੱਪਰ ਆਪਣਾ ਕੰਟਰੋਲ ਜਿਹੜਾ ਰੱਖਦੀ ਹੈਗੀ ਆ। ਸੋ ਇਹ ਪੂਰੇ ਦੇ ਪੂਰਾ ਜਿਹੜਾ ਕਹਿ ਸਕਦੇ ਹਾਂ ਵਿਸ਼ਵ ਨੂੰ ਆਪਣੇ ਅਧੀਨ ਕਰਦੀ ਹੈ। ਸੋ ਤਕਰੀਬਨ 193 ਕੰਟਰੀਜ਼ ਜਿਹੜੀਆਂ ਇਸ ਦੀਆਂ ਮੈਂਬਰ ਹੈਗੀਆਂ ਨੇ। ਸੋ ਸਾਰੀਆਂ ਹੀ ਆ ਜਾਂਦੀਆਂ, ਥੋੜ੍ਹੀਆਂ ਜਿਹੀਆਂ ਕੰਟਰੀਆਂ ਛੱਡ ਕੇ ਨਾ। ਸੋ ਸਾਰੀਆਂ ਜਿਹੜੀਆਂ ਕੰਟਰੀਆਂ ਨੇ ਉਹ ਇਸ ਸੰਗਠਨ ਦੇ ਅਧੀਨ ਆਉਂਦੀਆਂ ਨੇ। ਸੋ ਇੱਕ ਜਿਹੜਾ ਉਸਦਾ ਇੰਟਰਨੈਸ਼ਨਲ ਸੰਸਥਾ ਦਾ ਫਲੈਂਗ ਹੈ। ਸੋ ਇਸ ਤਰ੍ਹਾਂ ਦੇ ਹੈ ਨਾ ਕੁਐਸਚਨ ਬਹੁਤ ਜ਼ਿਆਦਾ ਜਿਹੜੇ ਟਫ ਕੰਪੀਟੀਸ਼ਨ ਐਗਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚ ਆ ਜਾਂਦਾ ਕਿ ਕਿਸ ਟਾਈਪ ਦਾ ਜਿਹੜਾ ਉਸਦਾ ਫਲੈਂਗ ਹੈ ਸੋ ਉਸ ਬਾਰੇ ਪੁੱਛ ਲਿਆ ਜਾਂਦਾ ਹੁੰਦਾ ਹੈ। ਓਕੇ, ਤਾਂ ਸ਼ੁਰੂਆਤ ਕਰਦੇ ਹਾਂ ਕਿ ਸੰਯੁਕਤ ਰਾਸ਼ਟਰ ਸੰਘ ਜਿਹੜਾ ਹੈ ਉਹ ਹੋਂਦ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਇਆ ਹੈ, ਕਿਉਂ ਇਸ ਦਾ ਜਿਹੜਾ ਨਿਰਮਾਣ ਕਰਨਾ ਪਿਆ ਹੈ ਔਰ ਇਸ ਦੀਆਂ ਕਿਹੜੀਆਂ ਸੰਸਥਾਵਾਂ ਨੇ, ਕਿਹੜੇ ਇਸ ਦੇ ਵਰਤਮਾਨ ਸਮੇਂ ਮੈਂਬਰ ਨੇ, ਕਿਹੜੇ ਇਸ ਦੇ ਪ੍ਰਮੁੱਖ ਜਿਹੜੇ ਚੇਅਰਮੈਨ ਜਾਂ ਸੈਕਟਰੀ ਜਨਰਲ ਨੇ ਉਹਨਾਂ ਬਾਰੇ ਆਪਾਂ ਇਸ ਦੇ ਚੈਪਟਰ ਦੇ ਵਿੱਚ ਡਿਸਕਸ ਕਰਾਂਗੇ। ਸੋ ਪੂਰਾ ਡੀਪਲੀ ਜਿਹੜਾ ਉਸਨੂੰ ਆਪਾਂ ਡਿਸਕਸ ਕਰਾਂਗੇ। ਸੋ ਇਹ ਨਹੀਂ ਹੈ ਕਿ ਸ਼ਾਰਟ ਦੇ ਵਿੱਚ, ਪੂਰਾ ਡੀਪਲੀ ਸੋ ਤੁਹਾਡਾ ਹਰ ਇੱਕ ਪੁਆਇੰਟ ਜਿਹੜਾ ਉਹ ਕਵਰ ਕਰੇਗੀ ਹਰ ਇੱਕ ਐਗਜ਼ਾਮ ਦੇ ਲਈ। ਸੋ ਯੂਨਾਈਟਿਡ ਨੇਸ਼ਨ ਹੈ, ਸੋ ਇਸ ਦਾ ਜਿਹੜੀ ਸ਼ੁਰੂਆਤ ਹੁੰਦੀ ਹੈ 1914 ਦੇ ਵਿੱਚ, ਜੋ ਕਿ ਪਹਿਲਾ ਵਿਸ਼ਵ ਯੁੱਧ ਹੁੰਦਾ ਹੈ। ਸੋ ਇੱਕ ਅਜਿਹਾ ਸੰਗਠਨ ਸੀ ਜਿਸ ਦੇ ਦੌਰਾਨ ਇੱਕ ਪਹਿਲਾ ਅਜਿਹਾ ਵਿਸ਼ਵ ਯੁੱਧ ਸੀ ਜਿਸ ਦੇ ਦੌਰਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਜਾਨੀ ਮਾਲੀ ਜਿਹੜਾ ਨੁਕਸਾਨ ਹੋਇਆ ਸੀਗਾ। ਤਾਂ ਪੂਰੇ ਵਿਸ਼ਵ ਨੇ ਇਸ ਚੀਜ਼ ਨੂੰ ਮਿਲ ਕੇ ਇੱਕ ਇਸ ਤਰ੍ਹਾਂ ਦੇ ਸੰਗਠਨ ਦਾ ਜਿਹੜਾ ਨਿਰਮਾਣ ਕੀਤਾ ਜੋ ਕਿ ਇਸ ਤਰ੍ਹਾਂ ਦੇ ਵਿਸ਼ਵ ਯੁੱਧ ਦੇ ਵਿੱਚ ਹੋਣ ਵਾਲੇ ਨੁਕਸਾਨ ਤੋਂ ਪੂਰੀ ਦੁਨੀਆ ਨੂੰ ਜਿਹੜਾ ਬਚਾ ਸਕੇ। ਤਾਂ ਇਹਨਾਂ ਤੋਂ ਬਚਾਉਣ ਦੇ ਲਈ ਕੀ ਕੀਤਾ ਸੀ ਕਿ 1919 ਦੇ ਵਿੱਚ ਲੀਗ ਆਫ ਨੇਸ਼ਨ ਦੀ ਜਿਹੜੀ ਡਿਵੈਲਪਮੈਂਟ ਕੀਤੀ ਗਈ ਸੀਗੀ, ਇਸਟੈਬਲਿਸ਼ ਕੀਤਾ ਗਿਆ ਸੀ ਤਾਂ ਕਿ ਕੀ ਹੈ ਇਹ ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਦੀ ਜਿਹੜੀ ਵਿਵਸਥਾ ਉਹ ਬਣਾਈ ਰੱਖ ਸਕੇ। ਪਰ ਅਜਿਹਾ ਸੰਭਵ ਨਹੀਂ ਹੋਇਆ ਇਸ ਕਰਕੇ। ਠੀਕ ਹੈ, ਸੋ ਇਹ ਪੂਰਨ ਤੌਰ ਦੇ ਉੱਪਰ ਲੀਗ ਆਫ ਨੇਸ਼ਨ ਜਿਹੜੀ ਉਸ ਨੂੰ ਸੁਰੱਖਿਅਤ ਨਹੀਂ ਕਰ ਸਕੀ। ਸੋ ਇਸ ਦੇ ਬਾਵਜੂਦ, ਇਸ ਸੰਸਥਾ ਦੇ ਬਾਵਜੂਦ ਹੁੰਦੇ ਹੋਏ ਵੀ 1939 ਦੇ ਵਿੱਚ ਵਿਸ਼ਵ ਦਾ ਦੂਜਾ ਮਹਾਯੁੱਧ ਹੋ ਗਿਆ। ਸੋ ਦੂਜੇ ਮਹਾਯੁੱਧ ਦੇ ਦੌਰਾਨ ਵੀ ਕਾਫੀ ਜਿਹੜਾ ਨੁਕਸਾਨ ਹੋਇਆ, ਜਿਸ ਦੇ ਦੌਰਾਨ ਬਹੁਤ ਹੀ ਜ਼ਿਆਦਾ ਭਿਆਨਕ ਨੁਕਸਾਨ ਹੈ। ਸੋ ਇਹਦੇ ਵਿੱਚ ਹੀਰੋਸ਼ੀਮਾ, ਨਾਗਾਸਾਕੀ ਦੇ ਉੱਪਰ ਜਿਹੜਾ ਬੰਬ ਡਿੱਗਿਆ ਗਿਆ ਜਿਸ ਦੇ ਨਾਲ ਪੂਰਾ ਦਾ ਪੂਰਾ ਜਿਹੜਾ ਇਹ ਸ਼ਹਿਰ ਉਹ ਤਹਿਸ ਨਹਿਸ ਹੋ ਗਏ ਸੀ ਨਾ, ਪੂਰਾ ਦਾ ਪੂਰਾ ਸਿਸਟਮ ਜਿਹੜਾ ਉਹ ਖਰਾਬ ਹੋ ਗਿਆ ਸੀ। ਸੋ ਅਜਿਹੀ ਸਥਿਤੀ ਨੂੰ ਦੇਖਦੇ ਹੋਏ ਜਿਹੜਾ ਕਹਿ ਸਕਦੇ ਹਾਂ ਕਿ ਪੂਰੇ ਵਿਸ਼ਵ ਦੇ ਵਿੱਚ ਕੁਝ ਅਜਿਹਾ ਖਤਰਾ ਜਿਹੜਾ ਉਹ ਮੰਡਰਾ ਰਿਹਾ ਹੈ। ਸੋ ਇਸ 'ਤੇ ਨਿਪਟਣ ਦੇ ਲਈ ਜਿਹੜਾ ਹੈ ਯੂਨਾਈਟਿਡ ਨੇਸ਼ਨ ਵਰਗੀ ਜਿਹੜੀ ਸੰਸਥਾ ਸੀ ਨਾ ਉਸ ਨੂੰ ਬਣਾਉਣਾ ਜਿਹੜਾ ਜ਼ਰੂਰੀ ਹੋ ਗਿਆ ਸੀਗਾ ਤਾਂ ਕਿ ਵਿਸ਼ਵ ਨੂੰ ਇਹਨਾਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਸੋ ਇਹਦੇ ਵਿੱਚ ਜਿਹੜੀ ਪਹਿਲ ਕੀਤੀ ਗਈ ਸੀ ਉਹ ਅਮਰੀਕਾ ਨੇ, ਠੀਕ ਹੈ, ਤਾਂ ਕਿ ਸੁਰੱਖਿਅਤ ਰੱਖਿਆ ਜਾ ਸਕੇ ਕੰਟਰੀਆਂ ਨੂੰ। ਬਰਤਾਨੀਆ ਹੋ ਗਿਆ, ਸਾਬਕਾ ਸੋਵੀਅਤ ਸੰਘ ਹੋ ਗਿਆ, ਚੀਨ ਹੋ ਗਿਆ ਅਤੇ ਫਰਾਂਸ। ਸੋ ਇਸ ਤੋਂ ਇਲਾਵਾ ਹੋਰ ਵੀ ਜਿਹੜੀਆਂ ਕੰਟਰੀਆਂ ਸੀ ਜਿਨ੍ਹਾਂ ਨੇ ਮਿਲ ਕੇ ਇੱਕ ਅਜਿਹਾ ਮਤਾ ਪਾਸ ਕੀਤਾ ਜਿਹਦੇ ਨਾਲ ਕੁਝ ਅਜਿਹਾ ਸੰਸਥਾ ਜਿਹੜੀ ਉਹ ਕ੍ਰੀਏਟ ਕੀਤੀ ਜਾਵੇ ਜੋ ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਬਣਾਈ ਰੱਖੇ। ਸੋ ਅਜਿਹੇ ਜਿਹੜੇ ਕਹਿ ਸਕਦੇ ਹਾਂ ਵਰਲਡ ਲੈਵਲ ਦੇ ਯੁੱਧ ਨੇ ਉਹਨਾਂ ਦੇ ਉੱਪਰ ਰੋਕ ਜਿਹੜੀ ਉਹ ਲਗਾ ਸਕੇ।
ਤਾਂ ਇਸ ਨੂੰ ਕ੍ਰੀਏਟ ਕਰਨ ਦੇ ਲਈ ਸ਼ੁਰੂਆਤ ਹੁੰਦੀ ਹੈਗੀ ਆ 25 ਅਪ੍ਰੈਲ 1945 ਤੋਂ। ਤਾਂ ਇੱਥੇ ਸੰਯੁਕਤ ਰਾਜ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਜਿਹੜਾ ਸਾਨ ਫਰਾਂਸਿਸਕੋ ਹੈ, ਉੱਥੇ ਇੱਕ ਅੰਤਰਰਾਸ਼ਟਰੀ ਸੰਮੇਲਨ ਬੁਲਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਸੀਗਾ ਕਿ ਕਿਸੇ ਤਰ੍ਹਾਂ ਦੇ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੀ ਇਸਟੈਬਲਿਸ਼ਮੈਂਟ ਕੀਤੀ ਜਾ ਸਕੇ ਤਾਂ ਕਿ ਵਿਸ਼ਵ ਨੂੰ ਇਹਨਾਂ ਯੁੱਧ ਦੀਆਂ ਕੰਡੀਸ਼ਨਾਂ ਦੇ ਵਿੱਚੋਂ ਬਚਾਇਆ ਜਾ ਸਕੇ। ਸੋ ਇਸ ਸੰਮੇਲਨ ਦੇ ਵਿੱਚ ਸ਼ੁਰੂਆਤ ਦੇ ਵਿੱਚ ਤਕਰੀਬਨ ਜਿਹੜੇ ਹੈ 46 ਕੰਟਰੀਆਂ ਨੇ ਜਿਹੜਾ ਪਾਰਟੀਸਪੇਟ ਕੀਤਾ ਸੀ। 25 ਅਪ੍ਰੈਲ 1945 ਨੂੰ ਜਿਹੜਾ ਸੰਮੇਲਨ ਹੋਇਆ ਸੀ, ਠੀਕ ਹੈ, ਉਸ ਦੇ ਵਿੱਚ ਟੋਟਲ 46 ਜਿਹੜੀਆਂ ਕੰਟਰੀਆਂ ਸ਼ਾਮਲ ਸੀਗੀਆਂ। ਇਸ ਤੋਂ ਬਾਅਦ ਇਸ ਦੇ ਵਿੱਚ ਕੁਝ ਹੋਰ ਜਿਹੜੀਆਂ ਕਹਿ ਸਕਦੇ ਹਾਂ 4 ਕੰਟਰੀਆਂ ਜੁੜ ਗਈਆਂ ਸੀ, ਜਿਹੜੀਆਂ ਕਿ ਐਜ਼ ਏ ਅਬਜ਼ਰਵਰ ਕੰਟਰੀ ਦੇ ਰੂਪ ਦੇ ਵਿੱਚ ਆਈਆਂ ਸੀਗੀਆਂ, ਪ੍ਰਿਜ਼ਨਰ ਦੇ ਰੂਪ ਦੇ ਵਿੱਚ ਆਈਆਂ ਸੀ। ਬਾਅਦ ਦੇ ਵਿੱਚ ਉਸ ਦੀਆਂ ਜਿਹੜੀਆਂ ਮੈਂਬਰ ਦੇ ਰੂਪ ਦੇ ਵਿੱਚ ਆਈਆਂ ਸੀ, ਜਿਸ ਕਾਰਨ ਕਰਕੇ ਇਸ ਦੀ ਸੰਖਿਆ ਜਿਹੜੀ ਹੈ ਉਹ 51 ਹੋ ਗਈ ਸੀਗੀ, 50 ਹੋ ਗਈ ਸੀ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਇਸ ਦੇ ਵਿੱਚ ਜੋ ਵਰਤਮਾਨ ਸਮੇਂ ਹੈ ਨਾ, ਮਤਲਬ ਗੱਲ ਕੀਤੀ ਜਾਂਦੀ ਹੈ ਕਿ ਕਿੰਨੀਆਂ ਕੰਟਰੀਆਂ ਨੇ ਇਸ ਦੇ ਉੱਪਰ ਸਿਗਨੇਚਰ ਕੀਤੇ ਨੇ, ਤਾਂ ਉਹ 51 ਆ ਜਾਂਦੇ ਨੇ। ਇੱਕ ਕੰਟਰੀ ਜਿਹੜੀ ਉਹ ਬਾਅਦ ਦੇ ਵਿੱਚ ਐਡ ਹੁੰਦੀ ਹੈਗੀ। ਸੋ 50 ਜਿਹੜੀਆਂ ਪਹਿਲਾਂ ਹੁੰਦੀਆਂ ਹੈਗੀਆਂ ਨੇ, ਪਹਿਲਾਂ 46 ਹੈ, ਫਿਰ ਇਸ ਤੋਂ ਬਾਅਦ 50 ਹੁੰਦੀਆਂ ਨੇ, ਫਿਰ ਇੱਕ ਐਡ ਹੋਰ ਹੋ ਕੇ ਇਸ ਦੇ ਵਿੱਚ 51 ਕੰਟਰੀਆਂ ਜਿਹੜੀਆਂ ਨੇ ਇਸ ਸੰਗਠਨ ਦੇ ਜਿਹੜਾ ਚਾਰਟਰ ਉਸ ਦੇ ਉੱਪਰ ਸਿਗਨੇਚਰ ਜਿਹੜੀ ਉਹ ਕਰ ਦਿੰਦੀ ਹੈਗੀ ਆ। ਸੋ ਇਹ ਸੰਮੇਲਨ ਜਿਹੜਾ ਹੈ 26 ਜੂਨ 1945 ਤੱਕ ਚੱਲਦਾ ਹੈ। ਸੋ ਇਸ ਦੇ ਵਿੱਚ ਡਿਸਕਸ਼ਨ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਦਾ ਆਰਗੇਨਾਈਜੇਸ਼ਨ ਹੋਣਾ ਚਾਹੀਦਾ ਹੈ, ਕਿਸ ਤਰੀਕੇ ਦੇ ਨਾਲ ਉਹ ਕੰਟਰੋਲ ਕਰ ਪਾਵੇਗੀ ਵਿਸ਼ਵ ਦੇ ਉੱਪਰ, ਹੈ ਨਾ, ਕਿਹੜੀਆਂ ਸੰਸਥਾਵਾਂ ਉਸ ਦੇ ਅਧੀਨ ਹੋਣਗੀਆਂ, ਕਿਹੜੇ ਮੈਂਬਰ ਉਸ ਦੇ ਹੋਣਗੇ, ਔਰ ਕਿਸ ਤਰੀਕੇ ਦੇ ਨਾਲ ਜਿਹੜੀ ਉਸ ਦੀ ਮੈਂਬਰਸ਼ਿਪ ਜਿਹੜੀ ਆ ਉਹ ਲਈ ਜਾਵੇਗੀ। ਤਾਂ ਆਖਿਰ ਦੇ ਵਿੱਚ ਜਿਹੜਾ ਕਹਿ ਸਕਦੇ ਹੈਗੇ ਇਸ ਦੇ ਵਿੱਚ 50 ਦੇਸ਼ਾਂ ਦੇ ਪ੍ਰਤੀਨਿਧਾਂ ਨੇ ਇੱਕ ਚਾਰਟਰ ਜਿਹੜਾ ਸਵੀਕਾਰ ਕੀਤਾ, ਜਿਸ ਦੇ ਉੱਪਰ ਤਕਰੀਬਨ 51 ਕੰਟਰੀਆਂ ਦੇ ਸਿਗਨੇਚਰ ਜਿਹੜੇ ਆ ਉਹ ਹੋਏ ਸੀਗੇ, ਠੀਕ ਹੈ। 51 ਕੰਟਰੀਆਂ ਨੇ ਸਿਗਨੇਚਰ ਕਰਕੇ ਇਸ ਚਾਰਟਰ ਨੂੰ ਜਿਹੜਾ ਹੈ ਉਹ ਪਾਸ ਕਰ ਦਿੱਤਾ, ਜਿਹੜਾ ਕਿ ਇੱਕ ਕਾਨੂੰਨ ਦੇ ਰੂਪ ਦੇ ਵਿੱਚ, ਜਿਹੜਾ ਸੰਵਿਧਾਨ ਦੇ ਰੂਪ ਦੇ ਵਿੱਚ ਫੋਲੋ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਸੀਗਾ। ਸੰਯੁਕਤ ਰਾਸ਼ਟਰ ਸੰਘ ਨੇ ਨਿਯਮਿਤ ਰੂਪ ਦੇ ਵਿੱਚ ਇਸ ਦਾ ਨਿਰਮਾਣ ਜਿਹੜਾ ਹੈ ਉਹ ਤਕਰੀਬਨ 24 ਅਕਤੂਬਰ 1945 ਨੂੰ ਕੀਤਾ ਹੈ, ਯਾਨੀ ਕਿ ਯੂਨਾਈਟਡ ਨੇਸ਼ਨ ਜਿਹੜਾ ਹੈ ਇਹ ਹੋਂਦ ਦੇ ਵਿੱਚ ਆਉਂਦਾ ਹੈ 24 ਅਕਤੂਬਰ 1945। ਸੋ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ, ਸੋ ਅਕਸਰ ਇਹ ਕੁਐਸਚਨ ਆਉਂਦਾ ਹੁੰਦਾ, ਸੋ ਇਸ ਨੂੰ ਨਾ ਨੋਟ ਕਰ ਲੈਣਾ, 24 ਅਕਤੂਬਰ 1945। ਸੋ ਉਸ ਸਮੇਂ ਜਿਹੜਾ ਇਸ ਦੇ ਮੈਂਬਰ ਸੀਗੇ ਉਹ ਤਕਰੀਬਨ 51 ਸੀਗੇ, ਯਾਨੀ ਕਿ 51 ਮੈਂਬਰ ਜਿਹੜੇ ਉਸ ਸਮੇਂ ਇਸ ਦੇ ਵਿੱਚ ਹੋ ਚੁੱਕੇ ਸੀਗੇ। ਓਕੇ, ਭਾਰਤ ਜਿਹੜਾ ਸੀਗਾ ਇਸ ਦਾ ਮੈਂਬਰ ਉਹ 1945 ਦੇ ਵਿੱਚ ਹੀ ਬਣ ਗਿਆ ਸੀ, ਜਦੋਂ ਤੋਂ ਇਹ ਸੰਗਠਨ ਹੋਣ ਦੇ ਵਿੱਚ ਆਇਆ ਸੀ, ਉਦੋਂ ਤੋਂ ਹੀ ਪ੍ਰਧਾਨ ਜਿਹੜਾ ਭਾਰਤ ਸੀਗਾ ਉਸਨੇ ਇਸ ਦੀ ਮੈਂਬਰਸ਼ਿਪ ਜਿਹੜੀ ਆ ਉਹ ਲੈ ਲਈ ਸੀਗੀ। ਸੋ ਇਸ ਦੇ ਵਿੱਚ ਅਮਰੀਕਾ, ਸੋਵੀਅਤ ਸੰਘ, ਬ੍ਰਿਟੇਨ, ਫਰਾਂਸ, ਇਹਨਾਂ ਨੇ ਜਿਹੜਾ ਕਹਿ ਸਕਦੇ ਹਾਂ ਹੋਰ ਮੈਂਬਰ ਰਾਸ਼ਟਰਾਂ ਨੂੰ ਰਾਸ਼ਟਰ ਦੀਆਂ ਸਰਕਾਰਾਂ ਨੂੰ ਇਸ ਗਰੁੱਪ ਦੇ ਵਿੱਚ ਆਪਣੀ ਮਨਜ਼ੂਰੀ ਦਿੰਦੇ ਸੀਗੇ ਕਿ ਜੇਕਰ ਹੈ ਨਾ ਕਿਸੇ ਵੀ ਮੈਂਬਰ ਨੇ ਐਡ ਹੋਣਾ ਤਾਂ ਇਸ ਦੀ ਜਿਹੜੀ ਪਰਮਿਸ਼ਨ ਹੈ ਉਹ ਲੈਣੀ ਪੈਂਦੀ ਸੀ, ਫਿਰ ਹੀ ਉਸ ਦੇ ਵਿੱਚ ਐਡ ਹੋ ਸਕਦੀ ਸੀ। ਸੋ ਇਸ ਦਾ ਜਿਹੜਾ ਸੰਵਿਧਾਨ ਕ੍ਰੀਏਟ ਕੀਤਾ ਗਿਆ ਸੀਗਾ, ਜਿਸ ਨੂੰ ਚਾਰਟਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਸੋ ਇਸ ਦੇ ਵਿੱਚ 19 ਅਧਿਆਇ ਸ਼ਾਮਲ ਸੀਗੇ, ਯਾਨੀ ਕਿ 19 ਚੈਪਟਰ ਇਸ ਦੇ ਵਿੱਚ ਸ਼ਾਮਲ ਸੀ, ਅਤੇ 111 ਅਨੁਛੇਦ ਜਿਹੜੇ ਆ ਉਹ ਇਸ ਚੈਪਟਰ ਦੇ ਵਿੱਚ ਇਨਕਲੂਡ ਸੀਗੇ। ਤਾਂ ਇਸ ਦੇ ਕੌਨਸਟੀਟਿਊਸ਼ਨ ਦਾ ਵੇਰਵਾ ਰਹਿੰਦਾ ਹੈ, ਇਸ ਦੇ ਵਿੱਚ 19 ਚੈਪਟਰ ਅਤੇ 111 ਜਿਹੜੇ ਹੈ ਆਰਟੀਕਲ ਜਿਹੜੇ ਉਹ ਮੌਜੂਦ ਹੈ, ਜਿਹੜੇ ਕਿ ਪੂਰੇ ਦੇ ਪੂਰੇ ਯੂਨਾਈਟਡ ਨੇਸ਼ਨ ਦੇ ਰੂਲ ਰੈਗੂਲੇਸ਼ਨਸ ਨੂੰ ਆਪਣੇ ਇਨਕਲੂਡ ਕਰਦੇ ਨੇ, ਯਾਨੀ ਕਿ ਸਾਰੇ ਰੂਲ ਰੈਗੂਲੇਸ਼ਨ ਜਿਹੜੇ ਆ ਉਹ ਇਸ ਚਾਰਟਰਸ ਜਾਂ ਇਸ ਕੌਨਸਟੀਟਿਊਸ਼ਨ ਦੇ ਵਿੱਚ ਐਡ ਸੀਗੇ। ਸੋ ਇਸ ਦੀ ਪ੍ਰਸਤਾਵਨਾ ਸੀਗੀ, ਜਿਸ ਦੇ ਵਿੱਚ ਇਹਨਾਂ ਨੇ ਹੈ ਨਾ ਪੂਰੇ ਕੌਨਸਟੀਟਿਊਸ਼ਨ ਅਤੇ ਜਿਹੜੀ ਸਾਰੀ ਸੰਰਚਨਾ ਉਦੇਸ਼ਾਂ ਬਾਰੇ ਲਿਖਿਆ ਸੀ ਕਿ ਇਸ ਯੂਨਾਈਟਡ ਨੇਸ਼ਨ ਦਾ ਜਿਹੜਾ ਉਹ ਆਦੇਸ਼ ਕੀ ਹੈ ਔਰ ਕਿਉਂ ਇਸ ਨੂੰ ਨਿਰਮਿਤ ਕੀਤਾ ਗਿਆ ਹੈਗਾ। ਸੋ ਪ੍ਰਸਤਾਵਨਾ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਸੀ ਕਿ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਜੋ ਭਿਆਨਕ ਯੁੱਧ ਹੁੰਦੇ ਨੇ ਉਹਨਾਂ ਤੋਂ ਬਚਾਉਣ ਦੇ ਲਈ ਇਹ ਜਿਹੜਾ ਸੰਗਠਨ ਹੈ ਉਹ ਕਾਰਵਾਈ ਕਰੇਗਾ। ਸੋ ਜੇਕਰ ਕੋਈ ਵੀ ਕੰਟਰੀ ਅਜਿਹੀ ਐਕਟੀਵਿਟੀ ਕਰਦੀ ਹੈ ਜਿਸ ਦੇ ਨਾਲ ਪੂਰੇ ਵਿਸ਼ਵ ਦੇ ਉੱਪਰ ਖਤਰਾ ਹੁੰਦਾ ਹੈ, ਤਾਂ ਇਹ ਸੰਸਥਾ ਜਿਹੜੀ ਹੈ ਉਹ ਮਿਲ ਕੇ ਇਸ ਦਾ ਖਾਤਮਾ ਕਰੇਗੀ, ਇਸ ਪ੍ਰੋਬਲਮ ਦਾ ਜਿਹੜਾ ਉਹ ਸੋਲੂਸ਼ਨ ਕਰੇਗੀ। ਇਸ ਤੋਂ ਇਲਾਵਾ ਮਨੁੱਖੀ ਅਧਿਕਾਰਾਂ, ਮਨੁੱਖ ਦੇ ਗੌਰਵ ਅਤੇ ਉਸ ਦੀ ਮਹੱਤਤਾ ਨੂੰ ਸਮਝਦੇ ਹੋਏ ਛੋਟੇ ਵੱਡੇ ਸਾਰੇ ਰਾਸ਼ਟਰਾਂ ਦੇ ਪੁਰਸ਼ਾਂ ਅਤੇ ਇਸਤਰੀਆਂ ਨੂੰ ਬਰਾਬਰ ਦੇ ਅਧਿਕਾਰ ਦੇਣ ਸੰਬੰਧੀ ਵੀ ਜਿਹੜੀ ਆ ਉਹ ਗੱਲ ਕੀਤੀ ਗਈ, ਯਾਨੀ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਇਸਤਰੀ ਅਤੇ ਪੁਰਸ਼ ਨੂੰ ਲੈ ਕੇ ਨਹੀਂ ਹੋਣ ਦਿੱਤਾ ਜਾਊਗਾ, ਔਰ ਇਹ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਹੋਣ ਦਿੱਤਾ ਜਾਊਗਾ। ਸੋ ਸੰਧੀਆਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਹੋਰ ਸਰੋਤਾਂ ਤੋਂ ਉਤਪੰਨ ਹੋਣ ਵਾਲੀਆਂ ਜ਼ਿੰਮੇਵਾਰੀਆਂ ਦੇ ਲਈ ਨਿਆਂ ਅਤੇ ਸਨਮਾਨ ਨੂੰ ਸਥਿਰ ਰੱਖਿਆ ਜਾਵੇਗਾ, ਯਾਨੀ ਕਿ ਕਿਸੇ ਤਰ੍ਹਾਂ ਦੇ ਨਾ ਕੋਈ ਭੇਦਭਾਵ ਕਿਸੇ ਕੰਟਰੀ ਦੇ ਨਾਲ ਨਹੀਂ ਕੀਤਾ ਜਾਊਗਾ, ਚਾਹੇ ਉਹ ਸੰਧੀਆਂ ਹੋਣ ਚਾਹੇ ਕੋਈ ਅੰਤਰਰਾਸ਼ਟਰੀ ਕਾਨੂੰਨ ਬਣਾਇਆ ਹੋਵੇ, ਸਾਰਿਆਂ ਨੂੰ ਬਰਾਬਰ ਦਾ ਹੱਕ ਜਿਹੜਾ ਉਹ ਦਿੱਤਾ ਜਾਊਗਾ। ਵਿਸਤ੍ਰਿਤ ਸੁਤੰਤਰਤਾ ਅਤੇ ਪ੍ਰਵੇਸ਼ ਵਿੱਚ ਸਮਾਜਿਕ ਪ੍ਰਗਤੀ ਅਤੇ ਜੀਵਨ ਦੇ ਚੰਗੇ ਪੱਧਰਾਂ ਨੂੰ ਵਿਕਸਿਤ ਕੀਤਾ ਜਾਊਗਾ।
ਸੋ ਸਮਾਜਿਕ ਜਿਹੜੀ ਵਿਕਸਿਤ ਕੀਤਾ ਜਾਊਗਾ ਨਾ, ਹਰ ਤਰ੍ਹਾਂ ਦਾ ਜਿਹੜੀ ਵੀ ਕੰਟਰੀ ਹੈ ਉਸਦੇ ਸਮਾਜਿਕ ਵਿਕਾਸ ਨੂੰ ਬੜਾਵਾ ਦਿੱਤਾ ਜਾਊਗਾ, ਉਸਦੇ ਜੀਵਨ ਪੱਧਰ ਨੂੰ ਚੰਗਾ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਊਗੀ। ਇਸ ਤੋਂ ਇਲਾਵਾ ਸਹਿਣਸ਼ੀਲਤਾ ਦਾ ਪ੍ਰਯੋਗ ਕਰਨਾ, ਆਦਰਸ਼ ਗਵਾਂਢੀ ਦੇਸ਼ਾਂ ਦੇ ਨਾਲ ਹੈ ਨਾ ਸ਼ਾਂਤੀਪੂਰਨ ਢੰਗ ਦੇ ਨਾਲ ਮਿਲ ਕੇ ਰਹਿਣਾ, ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਨਾ ਕਰਨਾ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਸਥਿਰ ਰੱਖਣਾ, ਮਜ਼ਬੂਤ ਬਣਾ ਕੇ ਰੱਖਣਾ, ਸੋ ਇਸ ਨੂੰ ਭੰਗ ਨਾ ਹੋਣ ਦੇਣਾ। ਨਿਯਮਾਂ ਦੀ ਮਨਜ਼ੂਰੀ ਅਤੇ ਕਾਨੂੰਨ ਦੀ ਸਥਾਪਨਾ ਰਾਹੀਂ ਵਿਸ਼ਵਾਸ ਦਿਵਾਵਾਂਗੇ ਕਿ ਆਮ ਹਿੱਤਾਂ ਦੀ ਰੱਖਿਆ ਤੋਂ ਇਲਾਵਾ ਹਥਿਆਰਬੰਦ ਸ਼ਕਤੀ ਦੀ ਵਰਤੋਂ ਨਹੀਂ ਕਰਾਂਗੇ, ਯਾਨੀ ਕਿ ਹਥਿਆਰਬੰਦ ਕੋਈ ਵੀ ਸੈਨਾ ਜਿਹੜੀ ਉਹ ਕ੍ਰੀਏਟ ਨਹੀਂ ਕੀਤੀ ਜਾਊਗੀ। ਸਿਰਫ ਅਤੇ ਸਿਰਫ ਇਸ ਦਾ ਉਦੇਸ਼ ਹੋਊਗਾ ਸ਼ਾਂਤੀ ਸਥਾਪਿਤ ਕਰਨਾ। ਸਾਰੇ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਲਈ ਅੰਤਰਰਾਸ਼ਟਰੀ ਸਾਧਨਾਂ ਦੀ ਵਰਤੋਂ ਕਰਾਂਗੇ ਤਾਂ ਕਿ ਸਾਰੀਆਂ ਕੰਟਰੀਆਂ ਦੀ ਜਿਹੜੀ ਆਰਥਿਕ ਅਤੇ ਸਮਾਜਿਕ ਡਿਵੈਲਪਮੈਂਟ ਜਿਹੜੀ ਉਹ ਕੀਤੀ ਜਾ ਸਕੇ। ਸੋ ਇਹ ਸੀ ਕਿ ਇਸ ਦੀ ਪ੍ਰਸਤਾਵਨਾ ਪ੍ਰੀਐਮਬਲ ਜੋ ਕਿ ਇਸ ਦੀ ਕੌਨਸਟੀਟਿਊਸ਼ਨ ਜਾਂ ਚਾਰਟਰਸ ਦੇ ਵਿੱਚ ਐਡ ਕੀਤੀ ਗਈ ਸੀ। ਸੋ ਨੈਕਸਟ ਹੈ ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਅੰਗ। ਸੋ ਜਿਹਦੇ ਅਧੀਨ ਮਤਲਬ ਪੂਰਾ ਦਾ ਪੂਰਾ ਸੰਯੁਕਤ ਰਾਸ਼ਟਰ ਜਿਹੜਾ ਕੰਟਰੋਲ ਕਰਦਾ ਹੈ। ਸੋ ਇਸ ਦੇ ਅੱਗੇ 6 ਪਾਰਟ ਜਿਹੜੇ ਹੈਗੇ ਨੇ, ਜੇ 6 ਮੁੱਖ ਅੰਗ ਹੈਗੇ ਨੇਗੇ ਜਿਨ੍ਹਾਂ ਦੇ ਆਧਾਰ ਦੇ ਉੱਪਰ ਪੂਰਾ ਕੌਨਸਟੀਟਿਊਸ਼ਨ ਪੂਰਾ ਜਿਹੜਾ ਸੰਗਠਨ ਜਿਹੜਾ ਹੈ ਉਹ ਨਿਰਮਿਤ ਹੁੰਦਾ ਹੈ। ਸੋ ਪਹਿਲਾ ਹੈ ਮਹਾਸਭਾ, ਜਿਹਨੂੰ ਜਨਰਲ ਅਸੈਂਬਲੀ ਕਿਹਾ ਜਾਂਦਾ ਹੈ। ਸੋ ਇਸ ਦਾ ਹੈੱਡਕੁਆਟਰ ਜਿਹੜਾ ਉਹ ਨਿਊਯਾਰਕ ਦੇ ਵਿੱਚ ਹੈ। ਦੂਸਰਾ ਹੈ ਸੁਰੱਖਿਆ ਪ੍ਰੀਸ਼ਦ ਜਿਹਨੂੰ ਸਿਕਿਉਰਿਟੀ ਕਾਉਂਸਲ ਕਿਹਾ ਜਾਂਦਾ ਹੈ, ਇਸ ਦਾ ਹੈੱਡਕੁਆਟਰ ਵੀ ਨਿਊਯਾਰਕ ਦੇ ਵਿੱਚ ਹੀ ਹੈ। ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਜਿਹੜਾ ਹੈ ਇਸ ਦਾ ਹੈੱਡਕੁਆਟਰ ਵੀ ਨਿਊਯਾਰਕ ਦੇ ਜਨੇਵਾ ਸ਼ਹਿਰ ਦੇ ਵਿੱਚ ਹੈ। ਅਤੇ ਚੌਥਾ ਹੈ ਅਮਾਨਤੀ ਪ੍ਰੀਸ਼ਦ, ਜਿਹਨੂੰ ਟਰਸਟੀਸ਼ਿਪ ਕਾਉਂਸਲ ਕਿਹਾ ਜਾਂਦਾ ਹੈ, ਇਹ ਵੀ ਨਿਊਯਾਰਕ ਦੇ ਵਿੱਚ ਸਥਿਤ ਹੈ। ਔਰ ਇਸ ਤੋਂ ਇਲਾਵਾ ਪੰਜਵਾਂ ਸੰਗਠਨ ਇਸ ਦਾ ਹੈ ਅੰਗ ਹੈ ਨਿਆਂ ਦੀ ਅੰਤਰਰਾਸ਼ਟਰੀ ਅਦਾਲਤ, ਜਿਹਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਿਹਾ ਜਾਂਦਾ ਹੈ। ਸੋ ਇਹ ਜਿਹੜਾ ਇਕੱਲਾ ਸੰਸਥਾ ਹੈ ਜਾਂ ਅੰਗ ਹੈ ਜਿਹੜਾ ਕਿ ਨਿਊਯਾਰਕ ਤੋਂ ਬਾਹਰ ਹੈ। ਸੋ ਬਾਕੀ ਦੇ ਸਾਰੇ ਪੰਜ ਜਿਹੜੇ ਅੰਗ ਨੇ ਉਹ ਨਿਊਯਾਰਕ ਦੇ ਵਿੱਚ ਹੀ ਸਥਿਤ ਹੈਗੇ ਨੇਗੇ। ਓਕੇ, ਸੋ ਇਹ ਹੇਗ ਜੋ ਕਿ ਨੀਦਰਲੈਂਡ ਦੇ ਵਿੱਚ ਹੈ ਉੱਥੇ ਸਥਿਤ ਹੈਗਾ ਗਾ। ਛੇਵਾਂ ਇਸ ਦਾ ਸਕੱਤਰਤ ਹੈ ਜਿਹੜਾ ਕਿ ਹੈੱਡਕੁਆਟਰ ਇਸ ਦਾ ਨਿਊਯਾਰਕ ਦੇ ਵਿੱਚ ਹੈ। ਸੋ ਇਹ ਚੀਜ਼ ਧਿਆਨ ਰੱਖਣਾ ਕਿ ਇਸ ਦੇ 6 ਜਿਹੜੇ ਅੰਗ ਨੇ, 6 ਦੇ 6 ਜਿਹੜੇ ਉਹ ਨਿਊਯਾਰਕ ਦੇ ਵਿੱਚ ਹੀ ਸਥਿਤ ਨੇ, ਬਟ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਹੈ ਪੰਜਵਾਂ ਨਿਆਂ ਵਾਲੀ ਜਾਣੀ ਕਿ ਅੰਤਰਰਾਸ਼ਟਰੀ ਅਦਾਲਤ ਜਿਹੜੀ ਹੈ ਉਹ ਹੇਗ ਦੇ ਵਿੱਚ ਨੀਦਰਲੈਂਡ ਦੇ ਵਿੱਚ ਸਥਿਤ ਹੈਗੀ। ਓਕੇ, ਸੋ ਅੱਗੇ ਇਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਨੈਕਸਟ ਹੈ ਮਹਾਸਭਾ। ਸੋ ਜਨਰਲ ਅਸੈਂਬਲੀ ਜਿਹੜੀ ਹੈ ਸਭ ਤੋਂ ਪ੍ਰਮੁੱਖ ਸੰਸਥਾ ਇਸ ਦੀ। ਸੋ ਇਸ ਦਾ ਪ੍ਰਮੁੱਖ ਜਿਹੜਾ ਅੰਗ ਜਾਂ ਸੰਗਠਨ ਇਸ ਦਾ ਕਹਿ ਸਕਦੇ ਹਾਂ, ਜਿਹਦੇ ਆਧਾਰ ਦੇ ਉੱਪਰ ਇਸ ਦਾ ਵੇਸ ਉਹ ਬਣਿਆ ਹੋਇਆ ਹੈਗਾ। ਸੋ ਜਨਰਲ ਅਸੈਂਬਲੀ ਦੀ ਰਚਨਾ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਜਿਹੜੇ ਉਹ ਰਾਜ ਮਹਾਸਭਾ ਦੇ ਮੈਂਬਰ ਹੁੰਦੇ ਨੇ। ਸੋ ਜਿੰਨੇ ਵੀ ਇਸ ਦੇ ਮੈਂਬਰ ਨੇ ਸੰਯੁਕਤ ਰਾਸ਼ਟਰ ਮੈਂਬਰ ਦੇ ਸੰਗਠਨ ਦੇ, ਉਹ ਸਾਰੇ ਹੀ ਮੈਂਬਰ ਇਸ ਦੀ ਜਿਹੜੇ ਕਹਿੰਦੇ ਆ ਮੈਂਬਰਾਂ ਦੀ ਭੂਮਿਕਾ ਨਿਭਾਉਣਗੇ। ਔਰ ਹਰੇਕ ਰਾਸ਼ਟਰ ਜਿਹੜਾ ਉਹ ਮਹਾਸਭਾ ਦੇ ਵਿੱਚ ਆਪਣੇ 5 ਪ੍ਰਤੀਨਿਧ ਜਿਹੜਾ ਉਹ ਭੇਜ ਸਕਦਾ ਹੁੰਦਾ ਹੈ। ਪਰ ਇੱਥੇ ਇਹ ਹੈ ਕਿ ਇਹ 5 ਪ੍ਰਤੀਨਿਧ ਭੇਜ ਸਕਦਾ ਹੈ ਇੱਕ, ਬਟ ਉਹਨਾਂ ਦੀ ਜਿਹੜੀ ਵੋਟ ਹੈ ਉਹ ਸਿਰਫ ਇੱਕ ਹੀ ਇਸਤੇਮਾਲ ਕੀਤੀ ਜਾਵੇਗੀ ਜਦੋਂ ਵੀ ਬਹੁਮਤ ਹਾਸਲ ਕਰਨਾ ਹੋਊਗਾ ਨਾ। ਸੋ ਵੋਟਾਂ ਜਿਹੜੀਆਂ ਪੈਣਗੀਆਂ ਤਾਂ ਉਸ ਦੇ ਲਈ ਸਿਰਫ ਇੱਕ ਪਰਸਨ ਹੀ ਜਿਹੜਾ ਵੋਟ ਦੇਊਗਾ, ਇੱਕ ਹੀ ਵੋਟ ਮੰਨੀ ਜਾਊਗੀ ਇੱਕ ਕੰਟਰੀ ਦੀ, ਚਾਹੇ ਉਸਦੇ ਮੈਂਬਰ 5 ਜਾਂ 4 ਜਿੰਨੇ ਵੀ ਕਿਉਂ ਨਾ ਹੋਣ। ਓਕੇ, ਸੋ ਮਹਾਸਭਾ ਆਪਣੇ 2/3 ਬਹੁਮਤ ਅਤੇ ਸੁਰੱਖਿਆ ਪ੍ਰੀਸ਼ਦ ਦੇ ਬਹੁਮਤ, ਜਿਸ ਦੇ ਵਿੱਚ 5 ਸਥਾਈ ਮੈਂਬਰਾਂ ਦਾ ਹੋਣਾ ਜ਼ਰੂਰੀ ਹੈ, ਨਾਲ ਕਿਸੇ ਵੀ ਰਾਸ਼ਟਰ ਨੂੰ ਆਪਣਾ ਮੈਂਬਰ ਬਣਾ ਸਕਦੀ ਹੈ। ਸੋ ਯਾਨੀ ਕਿ 2/3 ਬਹੁਮਤ ਮਿਲਣਾ ਜ਼ਰੂਰੀ ਹੈ ਸੁਰੱਖਿਆ ਪ੍ਰੀਸ਼ਦ ਅਤੇ ਮਹਾਪ੍ਰੀਸ਼ਦ ਦੇ, ਜਿਸ ਦੇ ਵਿੱਚ ਉਸਦੇ 5 ਸਥਾਈ ਮੈਂਬਰ ਹੋਣੇ ਜ਼ਰੂਰੀ ਨੇ, ਫਿਰ ਹੀ ਉਸ ਨੂੰ ਜਿਹੜਾ ਕਿਸੇ ਵੀ ਕੰਟਰੀ ਨੂੰ ਇਸ ਦਾ ਮੈਂਬਰ ਜਿਹੜਾ ਉਹ ਬਣਾਇਆ ਜਾ ਸਕਦਾ ਹੈ। ਸੋ ਪਹਿਲਾ ਸੈਸ਼ਨ ਦੇ ਵਿੱਚ 10 ਜਨਵਰੀ 1946 ਨੂੰ ਲੰਡਨ ਦੇ ਮੈਥੋਡਿਸਟ ਸੈਂਟਰਲ ਹਾਲ ਦੇ ਵਿੱਚ ਇਸ ਦਾ ਜਿਹੜਾ ਪਹਿਲਾ ਸੈਸ਼ਨ ਉਹ ਬੁਲਾਇਆ ਗਿਆ ਸੀ। ਇਸ ਦੇ ਵਿੱਚ 51 ਦੇਸ਼ਾਂ ਦੇ ਨੁਮਾਇੰਦੇ ਜਿਹੜੇ ਆ ਉਹ ਸ਼ਾਮਲ ਹੋਏ ਸੀਗੇ, ਸੋ ਪਹਿਲੇ ਸੰਮੇਲਨ ਦੇ ਦੌਰਾਨ। ਓਕੇ, ਸੋ ਸਾਲ 2011 ਦੇ ਵਿੱਚ ਦੱਖਣੀ ਸੁਡਾਨ ਦੇ ਸ਼ਾਮਲ ਹੋਣ ਦੇ ਨਾਲ ਇਸ ਦੀ ਮੈਂਬਰਸ਼ਿਪ ਜਿਹੜੀ ਹੈ ਉਹ 193 ਹੋ ਗਈ ਹੈ। ਸੋ ਇਸ ਤੋਂ ਪਹਿਲਾਂ ਜਿਹੜਾ ਉਹ 192 ਮੈਂਬਰ ਇਸ ਸੰਗਠਨ ਦੇ ਸੀ, ਬਟ ਵਰਤਮਾਨ ਸਮੇਂ ਜਿਹੜਾ 2011 ਦੇ ਵਿੱਚ ਦੱਖਣੀ ਸੁਡਾਨ ਜਿਹੜਾ ਨਵਾਂ ਦੇਸ਼ ਐਡ ਹੋ ਕੇ ਇਸ ਦੀ ਸੰਖਿਆ ਜਿਹੜੀ ਉਹ 193 ਹੋ ਚੁੱਕੀ ਹੈ। ਸੋ ਇਹ ਮੋਸਟ ਇੰਪੋਰਟੈਂਟ ਹੈ ਕਿ ਨਵਾਂ ਦੇਸ਼ ਕਿਹੜਾ ਐਡ ਕੀਤਾ ਗਿਆ ਹੈ, ਕਦੋਂ ਕੀਤਾ ਗਿਆ ਹੈ ਅਤੇ ਕਿੰਨਵਾਂ ਹੈ। ਸੋ 193 ਨੰਬਰ ਹੈ, ਕਹਿ ਸਕਦੇ ਹੈਗੇ ਕਿ ਦੇਸ਼ ਹੈਗਾ ਯੂਨਾਈਟਿਡ ਨੇਸ਼ਨ ਦਾ ਲਾਸਟ ਮੈਂਬਰ, ਅਤੇ 2011 ਦੇ ਵਿੱਚ ਐਡ ਕੀਤਾ ਗਿਆ ਹੈ। ਅਤੇ ਦੱਖਣੀ ਸੁਡਾਨ ਜਿਹੜਾ ਹੈ ਉਹ 193 ਨੰਬਰ ਕੰਟਰੀ ਹੈ। ਓਕੇ, ਸੋ 2 ਇਸ ਦੇ ਜਿਹੜੇ ਨਿਰੀਖਕ ਜਾਨੀ ਅਬਜ਼ਰਵਰ ਕੰਟਰੀਆਂ ਮੈਂਬਰ ਨੇਗੇ। ਸੋ 193 ਜਿਹੜੇ ਇਸ ਦੇ ਮੈਂਬਰ ਹੈਗੇ ਨੇਗੇ। ਸੋ ਹੈੱਡਕੁਆਟਰ ਜਿਹੜਾ ਇਸ ਦਾ ਉਹ ਨਿਊਯਾਰਕ ਦੇ ਵਿੱਚ ਸਥਿਤ ਹੈਗਾ ਗਾ। ਐਂਡ ਇਜਲਾਸ ਦੀ ਗੱਲ ਕਰੀਏ ਤਾਂ ਇਸ ਸੰਗਠਨ ਦੀ ਜਿਹੜਾ ਇਜਲਾਸ ਆ ਉਹ 1 ਸਾਲ ਦੇ ਵਿੱਚ ਘੱਟੋ ਘੱਟ ਇੱਕ ਇਜਲਾਸ ਹੋਣਾ ਜ਼ਰੂਰੀ ਹੈ, ਯਾਨੀ ਕਿ ਇੱਕ ਵਾਰ ਇਸ ਦਾ ਇਜਲਾਸ ਹਰ ਸਾਲ ਹੋਣਾ ਜ਼ਰੂਰੀ ਹੈ। ਔਰ ਆਮ ਤੌਰ ਦੇ ਉੱਪਰ ਇਹ ਜਿਹੜਾ ਇਜਲਾਸ ਆ ਉਹ ਸਤੰਬਰ ਮਹੀਨੇ ਦੇ 3ਜੇ ਮੰਗਲਵਾਰ ਨੂੰ
ਅਮਰੀਕਾ ਦੇ ਨਿਊਯਾਰਕ ਨਗਰ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਇਹ ਦਸੰਬਰ ਮਹੀਨੇ ਦੇ ਮੱਧ ਤੱਕ ਜਿਹੜਾ ਚੱਲਦਾ ਹੈਗਾ ਗਾ। ਓਕੇ, ਸੋ ਇਸ ਤੋਂ ਇਲਾਵਾ ਸਭਾ ਦੀਆਂ ਸੰਕਟਕਾਲੀਨ ਬੈਠਕਾਂ ਵੀ ਬੁਲਾਈਆਂ ਜਾ ਸਕਦੀਆਂ ਹਨ। ਜੇਕਰ ਐਮਰਜੈਂਸੀ ਕੋਈ ਹੈ ਨਾ ਨੀਡ ਹੁੰਦੀ ਹੈ ਤਾਂ ਇਹ ਸੰਗਠਨ ਜਿਹੜਾ ਹੈ ਕੋਈ ਵੀ ਜਿਹੜੀ ਬੈਠਕ ਆ ਉਹ ਬੁਲਾ ਸਕਦਾ ਹੈ। ਨੈਕਸਟ ਹੈ 1956 ਦੇ ਵਿੱਚ ਹੰਗਰੀ ਦੇ ਵਿੱਚ ਪੂਰਵ ਸੋਵੀਅਤ ਸੰਘ ਦੇ ਦਖਲ ਸਮੇਂ ਅਤੇ 1958 ਦੇ ਵਿੱਚ ਲਿਬਾਨ ਦੀ ਸਮੱਸਿਆ ਸੰਬੰਧੀ ਅਤੇ 1960 ਦੇ ਵਿੱਚ ਕਾਂਗੋ ਦੇ ਮਾਮਲੇ ਸੰਬੰਧੀ ਅਤੇ 1971 ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਯੁੱਧ ਸਮੇਂ ਅਤੇ ਅਗਸਤ 1980 ਦੇ ਵਿੱਚ ਇਜ਼ਰਾਈਲ ਤੋਂ ਅਰਬ ਦੇ ਖੇਤਰ ਖਾਲੀ ਕਰਾਉਣ ਸੰਬੰਧੀ ਮਹਾਸਭਾ ਦੇ ਵਿਸ਼ੇਸ਼ ਸਮਾਗਮ ਜਿਹੜੇ ਉਹ ਬੁਲਾਏ ਗਏ ਸੀ। ਸੋ ਇਹ ਐਮਰਜੈਂਸੀ ਦੇ ਦੌਰਾਨ ਹੈ ਕਿ ਕੋਈ ਵਿਸ਼ਵ ਦੇ ਵਿੱਚ ਕੋਈ ਅਜਿਹਾ ਸੰਕਟ ਆ ਗਿਆ ਹੈ ਜਿਸ ਦੇ ਨਾਲ ਨਿਪਟਣਾ ਜ਼ਰੂਰੀ ਹੈ, ਜੋ ਕਿ ਸੰਕਟ ਪੂਰੇ ਵਿਸ਼ਵ ਦੇ ਲਈ ਖਤਰਾ ਬਣ ਸਕਦਾ ਹੈ, ਤਾਂ ਉੱਥੇ ਜਿਹੜਾ ਐਮਰਜੈਂਸੀ ਜਿਹੜਾ ਕਹਿ ਸਕਦੇ ਨੇ ਬੈਠਕ ਬੁਲਾ ਸਕਦੇ ਹਨ, ਸੈਸ਼ਨ ਬੁਲਾ ਸਕਦੇ ਨੇ, ਜਿਹਦੇ ਨਾਲ ਕਿ ਉਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ। ਓਕੇ, ਨੈਕਸਟ ਹੈ ਕਿ ਇਸ ਜਨਰਲ ਅਸੈਂਬਲੀ ਦੀਆਂ ਕੁਝ ਸਮਿਤੀਆਂ ਵੀ ਹੁੰਦੀਆਂ ਨੇਗੀਆਂ। ਸੋ ਅਲੱਗ-ਅਲੱਗ ਤਰ੍ਹਾਂ ਦੀਆਂ ਸਮਿਤੀਆਂ ਨੇ ਜਿਹਨੂੰ ਕਿ ਇਸ ਨੂੰ ਕਹਿ ਸਕਦੇ ਆਪਾਂ ਵਿਧਾਨ ਸਭਾ ਜਾਂ ਵਿਧਾਨ ਪਾਲਿਕਾ ਦਾ ਨਾਮ ਵੀ ਜਿਹੜਾ ਉਹ ਦਿੱਤਾ ਜਾਂਦਾ ਹੈ ਜਨਰਲ ਅਸੈਂਬਲੀ ਨੂੰ। ਸੋ ਇਸ ਦੀਆਂ 7 ਸਮਿਤੀਆਂ ਜਿਹੜੀਆਂ ਹੁੰਦੀਆਂ ਹੈਗੀਆਂ ਨੇ। ਸੋ ਪਹਿਲਾ ਹੈ ਰਾਜਨੀਤਿਕ ਅਤੇ ਸੁਰੱਖਿਆ ਮਾਮਲਿਆਂ ਦੀ ਸਮਿਤੀ, ਦੂਸਰਾ ਹੈ ਪ੍ਰਸ਼ਾਸਕੀ ਅਤੇ ਬਜਟ ਸੰਬੰਧੀ, ਤੀਸਰਾ ਹੈ ਕਾਨੂੰਨੀ ਮਾਮਲੇ ਦੀ ਸਮਿਤੀ, ਚੌਥਾ ਹੈ ਆਰਥਿਕ ਅਤੇ ਵਿੱਤੀ ਮਾਮਲਿਆਂ ਦੀ ਸਮਿਤੀ ਅਤੇ ਪੰਜਵਾਂ ਹੈ ਵਿਸ਼ੇਸ਼ ਰਾਜਨੀਤਿਕ ਮਾਮਲਿਆਂ ਦੀ ਸਮਿਤੀ ਅਤੇ ਛੇਵਾਂ ਹੈ ਅਮਾਨਤੀ ਸਮਿਤੀ ਅਤੇ ਸੱਤਵਾਂ ਹੈ ਸਮਾਜਿਕ, ਮਨੁੱਖੀ ਅਤੇ ਸੱਭਿਆਚਾਰਕ ਮਾਮਲਿਆਂ ਦੀ ਸਮਿਤੀ। ਸੋ ਇਹ ਵੱਖ-ਵੱਖ ਜਿਹੜੀਆਂ ਸਮਿਤੀਆਂ ਨੇ ਜਿਹੜੇ ਕਿ ਇਹ ਸਾਰੇ ਦੇ ਸਾਰੇ ਜਿਹੜੇ ਵੀ ਇਹਨਾਂ ਦੇ ਵਿਸ਼ੇ ਨੇ ਉਹਨਾਂ ਦੇ ਅਧੀਨ ਕਾਰਜ ਕਰਦੀ ਹੈਗੀ ਆ। ਓਕੇ, ਸੋ ਜਨਰਲ ਅਸੈਂਬਲੀ ਦੇ ਜਿਹੜੀਆਂ ਭਾਸ਼ਾਵਾਂ ਨੇਗੀਆਂ ਉਹ 6 ਭਾਸ਼ਾਵਾਂ ਨੇਗੀਆਂ। 6 ਭਾਸ਼ਾਵਾਂ ਦੇ ਵਿੱਚ ਇਸ ਦਾ ਸਾਰਾ ਜਿਹੜਾ ਉਹ ਦਫ਼ਤਰੀ ਕੰਮ ਜਿਹੜਾ ਕੀਤਾ ਜਾਂਦਾ ਹੈ, ਜਿਸ ਦੇ ਵਿੱਚ ਅੰਗਰੇਜ਼ੀ, ਰੂਸੀ, ਚੀਨੀ, ਅਰਬੀ ਅਤੇ ਫਰਾਂਸੀਸੀ ਅਤੇ ਸਪੈਨਿਸ਼ ਜਿਹੜੀ ਭਾਸ਼ਾ ਇਸਤੇਮਾਲ ਕੀਤੀ ਜਾਂਦੀ ਹੈ। ਸੋ ਇਹਦੀ ਦਫ਼ਤਰੀ ਭਾਸ਼ਾ ਦੀ ਗੱਲ ਕਰੀਏ ਤਾਂ 2 ਆ ਜਾਂਦੇ ਆ, ਅੰਗਰੇਜ਼ੀ ਅਤੇ ਰੂਸੀ ਜਾਂ ਰੂਸ ਭਾਸ਼ਾ ਜਿਹੜੀ ਹੈ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਦਫ਼ਤਰ ਦੇ ਰੂਪ ਦੇ ਵਿੱਚ, ਕਾਗਜ਼ੀ ਕਾਰਵਾਈ ਦੇ ਵਿੱਚ। ਬਾਕੀ ਦੀਆਂ ਸਾਰੀਆਂ ਭਾਸ਼ਾਵਾਂ ਇਸ ਦੀਆਂ ਵੈਸੇ ਨਾਰਮਲ ਜਿਹੜੀਆਂ ਭਾਸ਼ਾਵਾਂ ਨੇ ਜਿਹਦੇ ਅਧੀਨ ਇਸ ਦਾ ਕੰਮ ਕੀਤਾ ਜਾਂਦਾ ਹੈ। ਨੈਕਸਟ ਹੈ ਮਹਾਸਭਾ ਦੇ ਕੰਮ। ਸੋ ਜਨਰਲ ਅਸੈਂਬਲੀ ਜਿਹੜੀ ਹੈ ਉਸਦੇ ਕੁਝ ਵਿਸ਼ੇਸ਼ ਜਿਹੜੇ ਕੰਮ ਨੇ ਜਿਹੜੇ ਕਿ ਉਸਦੇ ਅਧੀਨ ਕੀਤੇ ਜਾਂਦੇ ਹੈਗੇ ਨੇ। ਸੋ ਪਹਿਲਾ ਹੈ ਸੰਗਠਨਾਤਮਕ ਕੰਮ, ਆਰਗੇਨਾਈਜੇਸ਼ਨ ਫੰਕਸ਼ਨ। ਸੋ ਇਸ ਦੇ ਅਧੀਨ ਜਿਹੜਾ ਕਹਿ ਸਕਦੇ ਹਨ ਕਿ ਜੋ ਵੀ ਸੰਗਠਨ ਕਰਨਾ ਹੈ, ਜੋ ਵੀ ਕੁਝ ਮੈਂਬਰ ਨਵਾਂ ਐਡ ਕਰਨਾ ਹੈ, ਸੋ ਉਸ ਦੇ ਉੱਪਰ ਫੋਕਸ ਕੀਤਾ ਜਾਂਦਾ ਹੈ ਤਾਂ ਕਿ ਸੰਗਠਨ ਨੂੰ ਵਧਾਇਆ ਜਾ ਸਕੇ, ਉਸਦੇ ਮੈਂਬਰਾਂ ਨੂੰ ਐਡ ਕੀਤਾ ਜਾ ਸਕੇ। ਸੋ ਇਸ ਦਾ ਪ੍ਰਮੁੱਖ ਕੰਮ ਹੋਵੇਗਾ। ਇਸ ਤੋਂ ਬਾਅਦ ਇਸ ਦਾ ਦੂਸਰਾ ਕੰਮ ਹੋਵੇਗਾ ਵਿਚਾਰਾਤਮਕ ਕਾਰਜ। ਸੋ ਕਿਸੇ ਵੀ ਤਰ੍ਹਾਂ ਦਾ ਹੈ ਨਾ ਵਿਸ਼ੇ ਨੂੰ ਲੈ ਕੇ ਵਿਚਾਰ ਕਰਨ ਦੀ ਜਿਹੜੀ ਕਹਿ ਸਕਦੇ ਹਾਂ ਕੰਮ ਇਸ ਦੇ ਵਿੱਚ ਆਉਂਦੇ ਹੈਗੇ ਨੇਗੇ। ਸੋ ਅਗਰ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈਗੀ ਉਸ ਦੇ ਨਾਲ ਨਜਿੱਠਣ ਦੇ ਲਈ, ਉਸ ਦੇ ਪ੍ਰਤੀ ਕੋਈ ਕਾਨੂੰਨ ਬਣਾਉਣ ਦੇ ਲਈ, ਠੀਕ ਹੈ, ਉਸ ਦੇ ਲਈ ਕੁਝ ਬਹਿਸ ਜਿਹੜੀ ਉਹ ਕੀਤੀ ਜਾਂਦੀ ਹੈ ਤਾਂ ਕਿ ਪੂਰਾ ਦਾ ਪੂਰਾ ਜਿਹੜਾ ਉਸਨੂੰ ਬਣਾਇਆ ਜਾ ਸਕੇ। ਠੀਕ ਹੈ, ਜਾਣੀ ਕਿ ਸ਼ਾਂਤੀ ਜਿਹੜੀ ਉਹ ਬਣਾਈ ਜਾ ਸਕੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਸੰਬੰਧੀ ਸਥਾਪਨਾ ਸੰਬੰਧੀ ਵੀ ਕੰਮ ਕਰਨ ਦੀ ਜ਼ਿੰਮੇਵਾਰੀ ਇਸੇ ਦੀ ਹੈ। ਸੋ ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਬਣਾਈ ਰੱਖਣ ਦੇ ਲਈ ਸਭ ਤੋਂ ਵੱਧ ਭੂਮਿਕਾ ਜਿਹੜੀ ਹੈ ਉਹ ਮਹਾਸਭਾ ਦੀ ਹੀ ਰਹਿੰਦੀ ਹੈਗੀ ਹੈ, ਜਨਰਲ ਅਸੈਂਬਲੀ ਦੀ ਹੀ ਰਹਿੰਦੀ ਹੈ। ਚੌਥਾ ਕੰਮ ਹੈ ਸ਼ਾਂਤੀ ਪ੍ਰਸਤਾਵ ਪਾਸ ਕਰਨਾ। ਸੋ ਇਸ ਦੇ ਅਧੀਨ ਕੀ ਹੈਗਾ ਗਾ ਕਿ ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਇਸਟੈਬਲਿਸ਼ ਕਰਨ ਦੇ ਲਈ, ਪੂਰੀ ਸੁਰੱਖਿਆ ਬਣਾਉਣ ਦੇ ਲਈ ਜਿਹੜਾ ਕਹਿ ਸਕਦੇ ਹਨ ਖਤਰਾ ਟਾਲਣ ਦੇ ਲਈ ਜਿਹੜਾ ਕਹਿ ਸਕਦੇ ਹਾਂ ਮਤਾ ਉਹ ਪਾਸ ਕਰ ਸਕਦੀ ਹੈ, ਪ੍ਰਸਤਾਵ ਜਿਹੜਾ ਉਹ ਪਾਸ ਕਰ ਸਕਦੀ ਹੈ, ਜਿਸ ਦੇ ਨਾਲ ਜਿਹੜਾ ਕਹਿ ਸਕਦੇ ਹੈਗੇ ਕਿ ਵਿਸ਼ਵ ਦੇ ਵਿੱਚ ਸ਼ਾਂਤੀ ਬਣਾਉਣੀ ਸੁਭਾਵਿਕ ਹੈਗੀ। ਠੀਕ ਹੈ, ਸੋ ਇਸ ਦੇ ਲਈ ਇਹਨਾਂ ਨੇ ਕਹਿ ਸਕਦੇ ਹੈਗੇ ਇਸ ਸ਼ਾਂਤੀ ਨੂੰ ਇਸਟੈਬਲਿਸ਼ ਕਰਨ ਦੇ ਲਈ 1956 ਦੇ ਵਿੱਚ ਸਵੇਜ ਨਹਿਰ ਦਾ ਜਿਹੜਾ ਨਹਿਰ ਦਾ ਪ੍ਰਸ਼ਨ ਸੀ ਉਸ ਦੇ ਉੱਪਰ ਇਹਨਾਂ ਨੇ ਜਿਹੜਾ ਪ੍ਰਸਤਾਵ ਪਾਸ ਕੀਤਾ ਸੀਗਾ। 1956 ਦੇ ਵਿੱਚ ਹੰਗਰੀ ਦੀ ਸਮੱਸਿਆ ਸੀਗੀ, 1958 ਦੇ ਵਿੱਚ ਲੈਬਾਨ ਦੀ ਜਿਹੜੀ ਸਮੱਸਿਆ ਸੀ ਅਤੇ ਜਾਰਡਨ ਦੇ, ਅਤੇ ਇਸ ਤੋਂ ਬਾਅਦ 1960 ਦੇ ਵਿੱਚ ਕਾਂਗੋ ਦੀ ਸਮੱਸਿਆ, 1967 ਦੇ ਵਿੱਚ ਅਰਬ ਇਜ਼ਰਾਈਲ ਦਾ ਯੁੱਧ ਸੀ ਅਤੇ 1971 ਦੇ ਵਿੱਚ ਭਾਰਤ ਪਾਕਿਸਤਾਨ ਦਾ ਯੁੱਧ ਸੀਗਾ ਜਿਹੜਾ ਉਸ ਨੂੰ ਨਿਪਟਣ ਦੇ ਲਈ ਇਹਨਾਂ ਨੇ ਪ੍ਰਸਤਾਵ ਜਿਹੜੇ ਉਹ ਪਾਸ ਕੀਤੇ ਸੀ ਤਾਂ ਕਿ ਵਿਸ਼ਵ ਦੇ ਵਿੱਚ ਖਤਰੇ ਨੂੰ ਜਿਹੜਾ ਹੈ ਉਹ ਟਾਲਿਆ ਜਾ ਸਕੇ। ਨੈਕਸਟ ਹੈ ਵਿੱਤੀ ਕਾਰਜ। ਸੋ ਕੁਝ ਵਿੱਤੀ ਕਾਰਜ ਵੀ ਜਿਹੜੇ ਕੀਤੀਆਂ ਨੇ ਜਿਸ ਦੇ ਨਾਲ ਮਹਾਸਭਾ ਦੇ ਲਈ ਜਿਹੜਾ ਕਹਿੰਦੇ ਨਿਸ਼ਚਿਤ ਧਨ ਰਾਸ਼ੀ ਜਿਹੜੀ ਉਹ ਪ੍ਰਾਪਤ ਕੀਤੀ ਜਾਂਦੀ ਹੈ, ਕਲੈਕਟ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਸਨੂੰ ਖਰਚ ਕਰਨ ਦੇ ਲਈ ਵੀ ਜਿਹੜਾ ਹੈ ਨਾ ਸਾਲਾਨਾ ਬਜਟ ਜਿਹੜਾ ਉਹ ਤਿਆਰ ਕੀਤਾ ਜਾਂਦਾ ਹੈ। ਛੇਵਾਂ ਹੈ ਸੋਧ ਕਾਰਜ। ਸੋ ਇਸ ਦੇ ਦੁਆਰਾ ਜਿਹੜੇ ਵੀ ਹੈ ਨਾ ਆਰਟੀਕਲ ਨੇਗੇ, ਜੋ ਵੀ ਉਹਨਾਂ ਨੇ ਕਨਸਟੀਟਿਊਸ਼ਨ ਬਣਾਇਆ ਹੋਇਆ ਉਸ ਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਇਹ ਸੋਧ ਕਰ ਸਕਦੇ ਹੈਗੇ ਨੇਗੇ। ਸੋ ਇਹ ਅਨੁਛੇਦ 108 ਦੇ ਵਿੱਚ ਵਰਣਨ ਹੈ ਕਿ ਜਿਹੜੀ ਜਨਰਲ ਅਸੈਂਬਲੀ ਹੈ ਸੋ ਇਹ ਕਹਿ ਸਕਦੇ ਹਾਂ ਚਾਰਟਰ ਦੇ ਵਿੱਚ ਤਰਮੀਮ ਜਿਹੜੀ ਹੈ ਉਹ ਕਰ ਸਕਦੀ ਹੈ, ਯਾਨੀ ਕਿ ਸੋਧ ਕਰ ਸਕਦੀ ਹੈਗੀ। ਓਕੇ, ਨੈਕਸਟ ਹੈ
ਨਿਗਰਾਨੀ ਸੰਬੰਧੀ ਕਾਰਜ। ਸੋ ਇਸ ਦੇ ਵਿੱਚ ਨਿਗਰਾਨੀ ਜਿਹੜੀ ਰੱਖੀ ਜਾਂਦੀ ਹੈਗੀ ਆ, ਜਿਸ ਦੇ ਅਧੀਨ ਨਾ ਕਿ ਕਿਸੇ ਤਰ੍ਹਾਂ ਦੀ ਕੋਈ ਐਕਟੀਵਿਟੀ ਜਿਹੜੀ ਉਹ ਇਹੋ ਜਿਹੀ ਨਾ ਹੋ ਸਕੇ ਜੋ ਗੈਰ ਕਾਨੂੰਨੀ ਹੋਵੇ, ਔਰ ਜਿੰਨੀਆਂ ਵੀ ਏਜੰਸੀਆਂ ਐਸਟੈਬਲਿਸ਼ ਕੀਤੀਆਂ ਗਈਆਂ ਨੇ ਉਹਨਾਂ ਦੇ ਉੱਪਰ ਨਜ਼ਰ ਰੱਖਣ ਦਾ ਵੀ ਜਿਹੜਾ ਕੰਮ ਕੀਤਾ ਜਾਂਦਾ ਹੈ ਕਿ ਉਹ ਪੂਰਨ ਤੌਰ ਦੇ ਉੱਪਰ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ ਹੈ। ਸੋ ਇਹ ਵੀ ਇਸ ਦੇ ਵਿੱਚ ਇਨਕਲੂਡ ਆ ਜਾਂਦਾ ਹੈ। ਓਕੇ, ਸੋ ਇਸ ਤੋਂ ਬਾਅਦ ਹੈ ਚੋਣ ਸੰਬੰਧੀ ਕਾਰਜ। ਸੋ ਇਸ ਦੇ ਵਿੱਚ ਕੁਝ ਜਿਹੜੀਆਂ ਚੋਣਾਂ ਵੀ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਕਿ ਕਿਹੜੀ ਕੰਟਰੀ ਨੂੰ ਹੈ ਨਾ ਮੈਂਬਰ ਬਣਾਉਣਾ ਹੈ, ਕਦੋਂ ਬਣਾਉਣਾ ਹੈ, ਕਿਸ ਤਰੀਕੇ ਦੇ ਨਾਲ ਹੈ ਨਾ ਉਸ ਦੀ ਜਿਹੜੀ ਕਹਿ ਸਕਦੇ ਹਨ ਪਰਮਿਸ਼ਨ ਦਿੱਤੀ ਜਾਣੀ ਚਾਹੀਦੀ ਹੈ। ਔਰ ਇਸ ਤੋਂ ਇਲਾਵਾ ਅੰਤਰਰਾਸ਼ਟਰੀ ਜੱਜਾਂ ਦੀ ਜਿਹੜੀ ਨਿਯੁਕਤੀ ਹੈ ਉਹ ਵੀ ਇਸ ਦੇ ਦੁਆਰਾ ਹੀ ਕੀਤੀ ਜਾਂਦੀ ਹੈ। ਸੁਰੱਖਿਆ ਪ੍ਰੀਸ਼ਦ ਦੀਆਂ ਸਿਫਾਰਿਸ਼ਾਂ ਦੇ ਵਿਚਾਰ ਦੇ ਉੱਪਰ 2/3 ਬਹੁਮਤ ਦੇ ਪ੍ਰਸਤਾਵ ਰਾਹੀਂ ਨਵੇਂ ਰਾਸ਼ਟਰ ਨੂੰ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਾਇਆ ਜਾ ਸਕਦਾ ਹੈ ਤੇ ਉਸ ਮੈਂਬਰ ਨੂੰ ਰੱਦ ਵੀ ਜਿਹੜਾ ਕੀਤਾ ਜਾ ਸਕਦਾ ਹੈ। ਔਰ ਆਰਥਿਕ ਤੇ ਸਮਾਜਿਕ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਵੀ ਜਿਹੜੀ ਹੈ ਉਹ ਮਹਾਸਭਾ ਦੇ ਦੁਆਰਾ ਹੀ ਕੀਤੀ ਜਾਂਦੀ ਹੈ। ਔਰ ਮਹਾਸਭਾ ਦੀ ਸਿਫਾਰਿਸ਼ ਦੇ ਉੱਪਰ ਹੀ ਸੰਯੁਕਤ ਰਾਸ਼ਟਰ ਦੇ ਜਨਰਲ ਸੈਕਟਰੀ ਜਿਹੜੇ ਹੈਗੇ ਨੇ ਉਸ ਦੀ ਵੀ ਨਿਯੁਕਤੀ ਕੀਤੀ ਜਾਂਦੀ ਹੈ। ਠੀਕ ਹੈ, ਸੋ ਬਹੁਤ ਘੱਟ ਚਾਂਸ ਹੈ ਕਿ ਇਹਨਾਂ ਦੇ ਜਿਹੜੇ ਕੰਮ ਆਉਣਗੇ, ਸੋ ਇਸ ਕਰਕੇ ਜ਼ਿਆਦਾ ਡਿਟੇਲ ਦੇ ਵਿੱਚ ਨਾ ਇਹਨਾਂ ਨੂੰ ਐਡ ਨਹੀਂ ਕੀਤਾ ਹੋਇਆ। ਸੋ ਐਡ ਜ਼ਰੂਰ ਕੀਤਾ ਹੋਇਆ ਤਾਂ ਕਿ ਨਾ ਤੁਸੀਂ ਇਸ ਨੂੰ ਸਮਝ ਸਕੋ ਕਿ ਕੀ ਕੰਮ ਕਰਦੀ ਹੈ। ਨੈਕਸਟ ਹੈ ਦੂਸਰੀ ਪਾਰਟ ਅੰਗ, ਜਿਸ ਨੂੰ ਸੁਰੱਖਿਆ ਪ੍ਰੀਸ਼ਦ ਕਿਹਾ ਜਾਂਦਾ ਹੈ, ਸਿਕਿਉਰਿਟੀ ਕੌਂਸਲ। ਸੋ ਸਿਕਿਉਰਿਟੀ ਕੌਂਸਲ ਜਿਹੜਾ ਹੈ ਇਸ ਦੀ ਕੰਪੋਜੀਸ਼ਨ ਜਿਹੜੀ ਹੈ ਇਸ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਚਾਰਟਰ ਅਨੁਛੇਦ ਦੇ ਵਿੱਚ ਇਸ ਦੀ ਰਚਨਾ ਬਾਰੇ ਜਿਹੜਾ ਵਰਣਨ ਕੀਤਾ ਗਿਆ ਹੈ ਅਨੁਛੇਦ 23 ਦੇ ਵਿੱਚ। ਔਰ ਇਸ ਅਨੁਛੇਦ ਦੇ ਅਨੁਸਾਰ ਇਸ ਸੁਰੱਖਿਆ ਪ੍ਰੀਸ਼ਦ ਦੇ ਕੁੱਲ ਜਿਹੜੇ ਹੈ 15 ਮੈਂਬਰ ਹੋਣਗੇ, 15 ਮੈਂਬਰ ਜ਼ਰੂਰੀ ਨੇਗੇ। ਠੀਕ ਹੈ, ਅਨੁਛੇਦ ਨੰਬਰ 23 ਦੇ ਅਨੁਸਾਰ। ਔਰ ਇਹਨਾਂ 15 ਦੇ ਵਿੱਚੋਂ 5 ਜਿਹੜੇ ਆ ਉਹ ਸਥਾਈ ਮੈਂਬਰ ਹੋਣਗੇ ਅਤੇ 10 ਜਿਹੜੇ ਆ ਉਹ ਅਸਥਾਈ ਹੋਣਗੇ। ਓਕੇ, ਔਰ ਬ੍ਰਿਟੇਨ, ਚੀਨ, ਰੂਸ, ਫਰਾਂਸ ਅਤੇ ਸੰਯੁਕਤ ਰਾਜ ਅਮਰੀਕਾ ਜਿਹੜੇ ਇਸ ਦੇ 5 ਸਥਾਈ ਮੈਂਬਰ ਨੇ। ਸੋ ਜਿਨ੍ਹਾਂ ਨੂੰ ਕਦੇ ਵੀ ਕਿਸੇ ਵੀ ਤਰੀਕੇ ਦੇ ਨਾਲ ਹਟਾਇਆ ਨਹੀਂ ਜਾ ਸਕਦਾ ਅਤੇ ਇਹਨਾਂ ਹੀ ਮੈਂਬਰਾਂ ਕੋਲੇ ਵੀਟੋ ਦੀ ਪਾਵਰ ਹੈ, ਜਾਣੀ ਕਿ ਇਹ ਕਿਸੇ ਵੀ ਪ੍ਰਸਤਾਵ ਦੇ ਪ੍ਰਤੀ ਹੈ ਨਾ ਇਸ ਸ਼ਕਤੀ ਦਾ ਇਸਤੇਮਾਲ ਕਰ ਸਕਦੇ ਹੈ ਜਿਸ ਦੇ ਨਾਲ ਇਹ ਕਿਸੇ ਵੀ ਕਾਨੂੰਨ ਨੂੰ, ਕਿਸੇ ਵੀ ਸੰਧੀ ਨੂੰ ਰੋਕ ਸਕਦੇ ਹੈਗੇ ਨੇ। ਠੀਕ ਹੈ, ਸੋ ਇਸੇ ਨੂੰ ਵੀਟੋ ਦੀ ਪਾਵਰ ਜਿਹੜਾ ਕਿਹਾ ਗਿਆ ਹੈ। ਸੋ ਵੀਟੋ ਦੀ ਪਾਵਰ ਜਿਹੜੀ ਹੈ ਯੂਨਾਈਟਿਡ ਨੇਸ਼ਨ ਦੇ ਵਿੱਚ ਸਿਰਫ ਅਤੇ ਸਿਰਫ ਸਥਾਈ ਮੈਂਬਰਾਂ ਕੋਲ ਹੀ ਹੈ, ਸਿਰਫ ਉਹੀ ਇਸ ਦੀ ਵਰਤੋਂ ਜਿਹੜੀ ਕਰ ਸਕਦੇ ਨੇ, ਹੋਰ ਕੋਈ ਕੰਟਰੀ ਜਿਹੜੀ ਆ ਨਹੀਂ ਕਰ ਸਕਦੀ। ਸੋ ਇਹ ਪੰਜਾਂ ਦੇ ਵਿੱਚੋਂ ਕੋਈ ਇੱਕ ਕੰਟਰੀ ਜਿਹੜੀ ਆ ਜਾਂਦੀ ਹੁੰਦੀ ਹੈ ਕਿ ਕਿਹੜਾ ਸਥਾਈ ਮੈਂਬਰ ਹੈ ਜਾਂ ਕਿਹੜਾ ਸਥਾਈ ਮੈਂਬਰ ਨਹੀਂ ਹੈ। ਸੋ ਇਹਨਾਂ ਨੂੰ ਪੰਜਾਂ ਨੂੰ ਤੁਸੀਂ ਜਿਹੜਾ ਯਾਦ ਕਰ ਲੈਣਾ ਹੈ। ਗ੍ਰੇਟ ਬ੍ਰਿਟੇਨ ਹੋ ਗਿਆ, ਚੀਨ ਹੋ ਗਿਆ, ਰੂਸ ਹੋ ਗਿਆ, ਫਰਾਂਸ ਹੋ ਗਿਆ ਅਤੇ ਸੰਯੁਕਤ ਰਾਜ ਅਮਰੀਕਾ ਹੋ ਗਿਆ। ਓਕੇ, ਸੋ ਇਸ ਦੇ ਵਿੱਚ 10 ਜਿਹੜੇ ਆ ਉਹ ਅਸਥਾਈ ਮੈਂਬਰ ਹੁੰਦੇ ਨੇ ਜਿਹੜੇ ਕਿ 2 ਸਾਲ ਦੇ ਸਮੇਂ ਦੇ ਲਈ ਮਹਾਸਭਾ ਦੇ ਵੱਲੋਂ, ਜਨਰਲ ਅਸੈਂਬਲੀ ਦੇ ਵੱਲੋਂ ਜਿਹੜਾ ਚੁਣੇ ਜਾਂਦੇ ਨੇ ਅਤੇ ਹਰ ਸਾਲ ਜਿਹੜਾ ਕਹਿ ਸਕਦੇ ਨੇ 2/3 ਬਹੁਮਤ ਦੇ ਨਾਲ ਇਹਨਾਂ ਦੇ ਵਿੱਚ 10 ਅਸਥਾਈ ਮੈਂਬਰ ਜਿਹੜੇ ਉਹ ਚੁਣੇ ਜਾਂਦੇ ਹੈਗੇ ਨੇ। ਔਰ ਇਹਨਾਂ ਦੇ ਵਿੱਚ 4 ਮੈਂਬਰ ਜਿਹੜੇ ਉਹ ਅਫਰੀਕਾ ਹੀ ਹੋਣੇ, 4 ਮੈਂਬਰ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਦੇ ਵਿੱਚੋਂ ਹੋਣੇ ਲਾਜ਼ਮੀ ਨੇ, ਜ਼ਰੂਰੀ ਨੇ। ਯਾਨੀ ਕਿ ਅਫਰੀਕਾ ਅਤੇ ਏਸ਼ੀਆ ਦੇ ਵਿੱਚੋਂ 4 ਮੈਂਬਰ ਲੈਣੇ ਜ਼ਰੂਰੀ ਨੇ। ਜੇਕਰ ਨਹੀਂ ਲਏ ਜਾਂਦੇ ਤਾਂ ਉਹਨਾਂ ਦੇ ਪ੍ਰਤੀ ਜਿਹੜਾ ਕਾਰਵਾਈ ਉਹ ਕੀਤੀ ਜਾਊਗੀ। ਸੋ ਇਸ ਸੰਗਠਨ ਦਾ ਜਾਂ ਇਸ ਅੰਗ ਦਾ ਜਿਹੜਾ ਹੈੱਡਕੁਆਰਟਰ ਹੈ ਉਹ ਨਿਊਯਾਰਕ ਦੇ ਵਿੱਚ ਹੀ ਸਥਿਤ ਹੈ। ਇਜਲਾਸ, ਸੋ ਸੁਰੱਖਿਆ ਪ੍ਰੀਸ਼ਦ ਦਾ ਇਜਲਾਸ ਜਿਹੜਾ ਹੈ, ਸੈਸ਼ਨ ਜਿਹੜਾ ਹੈ, ਸੋ ਇਸ ਦੀ ਵਿਵਸਥਾ ਜਿਹੜੀ ਹੈ ਆਰਟੀਕਲ 28 ਦੇ ਵਿੱਚ ਕੀਤੀ ਗਈ ਹੈ। ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਗਿਆ ਹੈ ਕਿ ਸੁਰੱਖਿਆ ਪ੍ਰੀਸ਼ਦ ਦੀ ਨਿਯਮਿਤ ਬੈਠਕ ਜਿਹੜੀ ਹੈ 2 ਹਫ਼ਤਿਆਂ ਬਾਅਦ ਹੋਣੀ ਜ਼ਰੂਰੀ ਹੈ। ਯਾਨੀ ਕਿ ਹਰ 2 ਹਫ਼ਤੇ ਬਾਅਦ ਜਿਹੜੀ ਹੈ ਸੁਰੱਖਿਆ ਪ੍ਰੀਸ਼ਦ ਦੀ, ਸਿਕਿਉਰਿਟੀ ਕੌਂਸਲ ਦੀ ਜਿਹੜੀ ਹੈ ਬੈਠਕਾਂ ਹੋਣੀਆਂ ਜ਼ਰੂਰੀ ਨੇ। ਔਰ ਆਰਟੀਕਲ 32 ਦੇ ਅਕੋਰਡਿੰਗ ਸੁਰੱਖਿਆ ਪ੍ਰੀਸ਼ਦ ਦੇ ਗੈਰ ਮੈਂਬਰਾਂ ਨੂੰ ਵੀ ਇਸ ਦੀਆਂ ਬੈਠਕਾਂ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਪਰ ਉਸ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਓਕੇ, ਸੋ ਨੈਕਸਟ ਹੈ ਜਨਰਲ ਸੈਕਟਰੀ, ਜਿਹੜੇ ਕਿ ਸਿਕਿਉਰਿਟੀ ਕੌਂਸਲ ਦੇ ਮੈਂਬਰ ਰਹੇ ਹੈਗੇ ਨੇਗੇ, ਜਨਰਲ ਰਹੇ ਨੇ। ਸੋ ਇਹ ਸਾਰੇ ਇਨਕਲੂਡ ਕੀਤੇ ਨੇ ਕਿਉਂਕਿ ਅਕਸਰ ਇਹਨਾਂ ਨੂੰ ਲੈ ਕੇ ਜਿਹੜਾ ਕੁਐਸਚਨ ਆ ਜਾਂਦਾ ਹੁੰਦਾ, ਸੋ ਇਸ ਕਰਕੇ ਇਹ ਸਾਰੇ ਦੇ ਸਾਰੇ ਇਸ ਦੇ ਵਿੱਚ ਮੈਂ ਐਡ ਕਰ ਦਿੱਤੇ ਸੀਗੇ। ਓਕੇ, ਸੋ ਪਹਿਲਾ ਜਿਹੜਾ ਇਸਦਾ ਜਨਰਲ ਸੈਕਟਰੀ ਰਿਹਾ ਜਿਹਨੂੰ ਗੈਲਡਵੈਨ ਜੇਬ ਕਿਹਾ ਜਾਂਦਾ ਹੈ, ਯੂਨਾਈਟਿਡ ਕਿੰਗਡਮ ਤੋਂ ਸੀਗਾ ਅਤੇ 24 ਅਕਤੂਬਰ ਜਦੋਂ ਤੋਂ ਨਿਰਮਾਣ ਹੋਇਆ ਸੀ ਉਦੋਂ ਤੋਂ ਲੈ ਕੇ 1945 ਤੋਂ 2 ਫਰਵਰੀ 1946 ਤੱਕ ਰਿਹਾ ਸੀਗਾ। ਔਰ ਚੋਣ ਹੋਣ ਤੱਕ ਕਾਰਜਕਾਰੀ ਸਕੱਤਰ ਦੇ ਜਨਰਲ ਵਜੋਂ ਇਹਨਾਂ ਨੇ ਸੇਵਾ ਨਿਭਾਈ ਸੀਗੀ। ਯਾਨੀ ਕਿ ਇਹ ਅਸਲ ਦੇ ਵਿੱਚ ਜਨਰਲ ਸੈਕਟਰੀ ਨਹੀਂ ਸੀ, ਇੱਕ ਕਾਰਜਵਾਹਕ ਰੂਪ ਦੇ ਵਿੱਚ ਇਹਨਾਂ ਨੇ ਆਪਣੀ ਭੂਮਿਕਾ ਇੱਥੇ ਨਿਭਾਈ ਸੀਗੀ। ਠੀਕ ਹੈ, ਸੋ ਇਸ ਕਰਕੇ ਇਸ ਨੂੰ ਇਨਕਲੂਡ ਨਹੀਂ ਕੀਤਾ ਇਹਨਾਂ ਨੰਬਰਿੰਗ ਦੇ ਵਿੱਚ। ਪਹਿਲੇ ਜਿਹੜੇ ਕਹਿ ਸਕਦੇ ਹੈਗੇ ਕਿ ਜਨਰਲ ਸੈਕਟਰੀ ਨੇ ਉਹ ਟ੍ਰਾਈਗਵ ਲਾਈ ਸੀਗੇ ਜਿਹੜੇ ਕਿ ਨਾਰਵੇ ਤੋਂ ਸੀਗੇ, ਨਾਰਵੇ ਕੰਟਰੀ ਤੋਂ 2 ਫਰਵਰੀ 1946 ਤੋਂ ਲੈ ਕੇ 10 ਨਵੰਬਰ 1952 ਤੱਕ ਰਹੇ ਸੀ। ਅਤੇ ਇਹਨਾਂ ਦੇ ਪ੍ਰਤੀ ਕੁਝ ਜਿਹੜੇ ਇੰਪੋਰਟੈਂਟ ਫੈਕਟਰ ਨੇ, ਜਿਵੇਂ ਕਿ ਇਹਨਾਂ ਨੇ ਆਪਣੇ ਸ਼ਾਸਨ ਕਾਲ ਦੇ ਦੌਰਾਨ ਹੀ ਅਸਤੀਫਾ ਦੇ ਦਿੱਤਾ ਸੀਗਾ ਇਸ ਅਹੁਦੇ ਦੇ ਉੱਪਰੋਂ। ਓਕੇ,
ਸੋ ਇਹ ਦੇਖਣ ਨੂੰ ਮਿਲਦਾ ਹੈ ਨਾ ਕਿ ਸਾਡੇ ਇੰਡੀਆ ਦੇ ਜਿਹੜੇ ਮੰਤਰੀ ਉਹ ਕਦੇ ਵੀ ਆਉਂਦਾ ਨਹੀਂ ਛੱਡਦੇ, ਪਰ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਕਿ ਏਡੇ ਵੱਡੇ ਉੱਚੇ ਰੈਂਕ ਤੋਂ ਵੀ ਜਿਹੜਾ ਇਹਨਾਂ ਨੇ ਅਸਤੀਫਾ ਉਹ ਦੇ ਦਿੱਤਾ ਸੀਗਾ ਨਾ। ਦੂਸਰਾ ਹੈ ਡੈਂਗ ਹੈਮਰਸਕਡੈਂਜ ਜਿਹੜਾ ਕਿ ਸਵੀਡਨ ਤੋਂ ਸੀਗਾ। 10 ਅਪ੍ਰੈਲ 1953 ਤੋਂ ਲੈ ਕੇ 18 ਸਤੰਬਰ 1961 ਤੱਕ ਰਿਹਾ ਸੀ ਅਤੇ ਇਸ ਦੀ ਮੌਤ ਜਿਹੜੀ ਹੈ ਉਹ ਦਫ਼ਤਰ ਦੇ ਵਿੱਚ ਹੀ ਹੋ ਗਈ ਸੀਗੀ, ਯਾਨੀ ਕਿ ਆਫਿਸ ਦੇ ਦੌਰਾਨ ਕਾਰਜ ਕਰਦੇ ਹੋਏ ਇਹਨਾਂ ਦੀ ਮੌਤ ਹੋ ਗਈ ਸੀ। ਸੋ ਇਹ ਵੀ ਇੱਕ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਹੁੰਦਾ, ਠੀਕ ਹੈ। ਤੀਸਰੇ ਜਨਰਲ ਸੈਕਟਰੀ ਸੀਗੇ ਜੂਥੈਂਡ ਜਿਹੜੇ ਕਿ ਬਰਮਾ ਤੋਂ ਸੀਗੇ। 30 ਨਵੰਬਰ ਤੋਂ ਲੈ ਕੇ 1961 ਤੋਂ ਲੈ ਕੇ 31 ਦਸੰਬਰ 1971 ਤੱਕ ਜਿਹੜਾ ਰਹੇ ਸੀਗੇ, ਯਾਨੀ ਕਿ ਪੂਰਾ 10 ਸਾਲ ਜਿਹੜਾ ਇਹ ਸ਼ਾਸਨ ਦੇ ਵਿੱਚ ਰਹੇ ਸੀ। ਔਰ ਆਉਂਦਾ ਸੰਭਾਲਣ ਵਾਲਾ ਪਹਿਲਾ ਗੈਰ ਯੂਰਪੀਅਨ ਜਿਹੜਾ ਕਹਿ ਸਕਦੇ ਹਾਂ ਮੈਂਬਰ ਸੀਗਾ, ਹੈ ਨਾ। ਸੋ ਯੂਰਪੀਅਨ ਦੇ ਕੰਟਰੀ ਦੇ ਅਧੀਨ ਨਹੀਂ ਹੁੰਦਾ ਸੀਗਾ ਇਹ ਬਰਮਾ, ਯਾਨੀ ਕਿ ਏਸ਼ੀਆ ਦੇ ਵਿੱਚ ਆਉਣ ਵਾਲੀ ਕੰਟਰੀ ਸੀਗੀ ਇਹ। ਚੌਥਾ ਹੈ ਕਟ ਵਾਲਡੇਮ ਜਿਹੜਾ ਕਿ ਆਸਟਰੀਆ ਕੰਟਰੀ ਤੋਂ ਸੀਗਾ ਔਰ 1 ਜਨਵਰੀ ਤੋਂ ਲੈ ਕੇ 1972 ਤੋਂ 31 ਦਸੰਬਰ 1981 ਤੱਕ ਰਹੇ ਸੀਗੇ। ਔਰ ਪੰਜਵੇਂ ਜੇਬੀਆਰ ਪਰੇਰਿਸ ਡੀ ਕੂਲਰ ਜਿਹੜੇ ਸੀ ਪੇਰੂ ਕੰਟਰੀ ਤੋਂ ਸੀ ਅਤੇ 1 ਜਨਵਰੀ 1982 ਤੋਂ ਲੈ ਕੇ 31 ਦਸੰਬਰ 1991 ਤੱਕ ਰਹੇ ਸੀਗੇ। ਔਰ ਛੇਵੇਂ ਸੀਗੇ ਬਰਟੋਰਸ ਗਾਲੀ ਜਿਹੜੇ ਕਿ ਮਿਸਰ ਦੇਸ਼ ਤੋਂ ਸੀਗੇ। 1 ਜਨਵਰੀ 1992 ਤੋਂ ਲੈ ਕੇ 31 ਦਸੰਬਰ 1996 ਤੱਕ ਰਹੇ ਸੀ ਅਤੇ ਸਭ ਤੋਂ ਘੱਟ ਕਾਰਜਕਾਲ ਵਾਲੇ ਜਾਂ ਸਭ ਤੋਂ ਘੱਟ ਸਮੇਂ ਲਈ ਸੇਵਾ ਕਰਨ ਵਾਲੇ ਇਹ ਇੱਕ ਜਨਰਲ ਸੈਕਟਰੀ ਸੀਗੇ ਯੂਨਾਈਟਿਡ ਨੇਸ਼ਨ ਦੇ ਸਿਕਿਉਰਿਟੀ ਕਾਉਂਸਲ ਦੇ ਮੈਂਬਰ ਦੇ ਵਿੱਚ। 7ਵੇਂ ਸੀ ਕੋਫੀ ਅਨਾਨ ਜਿਹੜੀ ਕਿ ਘਾਨਾ ਕੰਟਰੀ ਤੋਂ ਸੀਗੇ। 1 ਜਨਵਰੀ 1997 ਤੋਂ ਲੈ ਕੇ 31 ਦਸੰਬਰ 2006 ਤੱਕ ਸ਼ਾਸਨ ਦੇ ਵਿੱਚ ਰਹੇ ਸੀਗੇ। ਨੈਕਸਟ ਹੈ 8 ਨੰਬਰ ਬਾਨ ਕੀ ਮੂਨ ਜੋ ਕਿ ਲਾਸਟ ਰਹੇ ਹੈਗੇ ਨੇ, ਦੱਖਣੀ ਕੋਰੀਆ ਤੋਂ ਸੀਗੇ ਇਹ। 1 ਜਨਵਰੀ 2007 ਤੋਂ ਲੈ ਕੇ 31 ਦਸੰਬਰ 2016 ਤੱਕ ਰਹੇ ਸੀ ਔਰ 8ਵੇਂ ਸੀਗੇ ਇਹ। ਔਰ ਵਰਤਮਾਨ ਸਮੇਂ ਜਿਹੜਾ ਹੈ 9ਵੇਂ ਜਨਰਲ ਸੈਕਟਰੀ ਹੈਗੇ ਨੇਗੇ ਸਿਕਿਉਰਿਟੀ ਕਾਉਂਸਲ ਦੇ, ਜਿਹਨੂੰ ਕਿ ਅੰਟਾਨੀਓ ਗੁਟਰੇਸ ਕਿਹਾ ਜਾਂਦਾ ਹੈ ਅਤੇ ਪੁਰਤਗਾਲ ਕੰਟਰੀ ਤੋਂ ਇਹ ਬਿਲੋਂਗ ਕਰਦੇ ਨੇ। 1 ਜਨਵਰੀ 2017 ਨੂੰ ਇਲੈਕਟ ਕੀਤਾ ਗਿਆ ਸੀ ਅਤੇ ਮੌਜੂਦਾ ਮੀਨਸ ਹਲੇ ਕੰਟੀਨਿਊ ਨੇ, ਅੱਗੇ ਤੱਕ ਜਿਹੜਾ ਹਲੇ ਚੱਲਣਗੇ ਕਿ ਜੋ ਕਦੋਂ ਜਿਹੜਾ ਅਗਲੇ ਚੁਣੇ ਜਾਂਦੇ ਹੈਗੇ ਨੇ, ਠੀਕ ਹੈ। ਇਹ ਸਭ ਤੋਂ ਇੰਪੋਰਟੈਂਟ ਹੈ ਲਾਸਟ ਵਾਲਾ। 9ਵੇਂ ਜਨਰਲ ਸੈਕਟਰੀ ਹੈਗੇ ਨੇਗੇ ਅੰਟਾਨੀਓ ਗੁਟਰੇਸ, ਪੁਰਤਗਾਲ ਕੰਟਰੀ ਤੋਂ ਹੈਗੇ ਨੇ। 1 ਜਨਵਰੀ 2017 ਨੂੰ ਜਿਹੜਾ ਹੈ ਇਹਨਾਂ ਨੂੰ ਚੁਣਿਆ ਗਿਆ ਸੀਗਾ। ਨੈਕਸਟ ਹੈ ਸੁਰੱਖਿਆ ਪਰਿਸ਼ਦ ਦੇ ਕੰਮ ਕੀ ਨੇਗੇ। ਸੋ ਇਸ ਦੇ ਵਿੱਚ ਪਹਿਲਾ ਕੰਮ ਆ ਜਾਂਦਾ ਹੈ ਕਿ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਸੰਬੰਧੀ ਕਾਰਜ ਕਰਨੇ। ਸੋ ਮਹੱਤਵਪੂਰਨ ਕੰਮਾਂ ਦੇ ਵਿੱਚੋਂ ਹੈ ਸੋ ਸਾਰੇ ਹੀ ਕੰਮ ਜਿਹੜੇ ਹੈਗੇ ਨੇ, ਹੈ ਨਾ। ਸੋ ਇਹਨਾਂ ਸਾਰੀਆਂ ਸੰਸਥਾਵਾਂ ਦੇ ਕੇ ਪੂਰੇ ਦੇ ਪੂਰੇ ਕੰਟਰੀਆਂ ਦੇ ਵਿੱਚ, ਪੂਰੇ ਵਿਸ਼ਵ ਦੇ ਵਿੱਚ ਸ਼ਾਂਤੀ ਬਣਾਉਣਾ ਹੀ ਹੈਗਾ। ਕਿਸੇ ਤਰ੍ਹਾਂ ਦਾ ਕੋਈ ਲੜਾਈ ਝਗੜਾ ਹੁੰਦਾ ਤਾਂ ਉਸ ਨੂੰ ਰੋਕਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਇਸ ਸੰਸਥਾ ਦੀ ਹੈਗੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਲੜਾਈ ਹੋ ਗਈ, ਠੀਕ ਹੈ, ਜਾਂ ਲੜਾਈ ਸੰਬੰਧੀ ਕੋਈ ਗੱਲਬਾਤ ਕਰਨੀ ਹੈ, ਮੀਨਸ ਕਿ ਝਗੜੇ ਨੂੰ ਹੈ ਨਾ ਖ਼ਤਮ ਕਰਨਾ ਹੈ ਜਾਂ ਕਿਸੇ ਤਰੀਕੇ ਦੀ ਹੋਰ ਐਕਟੀਵਿਟੀ ਕਰਨੀ ਹੈ ਜਿਸ ਦੇ ਨਾਲ ਜਿਹੜਾ ਕਹਿ ਸਕਦੇ ਹਾਂ ਨਾ ਸ਼ਾਂਤੀ ਬਣਾਈ ਜਾ ਸਕੇ, ਸੈਨਿਕ ਕਾਰਵਾਈਆਂ ਨੂੰ ਰੋਕਿਆ ਜਾ ਸਕੇ, ਉਸ ਦੇ ਵਿੱਚ ਇਸ ਦੀ ਮੁੱਖ ਭੂਮਿਕਾ ਰਹਿੰਦੀ ਹੈਗੀ ਆ। ਦੂਸਰਾ ਹੈ ਚੋਣ ਸੰਬੰਧੀ। ਸੋ ਇਹ ਕੀ ਹੈਗਾ ਗਾ, ਸੁਰੱਖਿਆ ਪਰਿਸ਼ਦ ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਅਦਾਲਤਾਂ ਦੇ ਜੱਜਾਂ, ਸੰਯੁਕਤ ਰਾਸ਼ਟਰ ਦੇ ਜਨਰਲ ਸੈਕਟਰੀ ਦੀ ਚੋਣ ਜਿਹੜੀ ਹੈ ਉਹ ਕਰਦੀ ਹੈਗੀ ਹੈ, ਠੀਕ ਹੈ। ਸੁਰੱਖਿਆ ਪਰਿਸ਼ਦ ਜਿਹੜੀ ਹੈ ਉਹ ਮਹਾਸਭਾ ਯਾਨੀ ਕਿ ਜਨਰਲ ਅਸੈਂਬਲੀ ਦੇ ਨਾਲ ਮਿਲ ਕੇ ਚੋਣ ਕਰੇਗੀ। ਇਕੱਲੀ ਸੁਰੱਖਿਆ ਪਰਿਸ਼ਦ ਨਹੀਂ ਕਰੇਗੀ, ਇਹ ਸਿਫਾਰਿਸ਼ ਕਰੇਗੀ, ਠੀਕ ਹੈ। ਔਰ ਇਸ ਨੂੰ ਜਿਹੜਾ ਕਹਿ ਸਕਦੇ ਆ ਕਿ ਮਹਾਸਭਾ ਜਨਰਲ ਅਸੈਂਬਲੀ ਜਿਹੜੀ ਹੈ ਉਹ ਇਲੈਕਟ ਕਰਦੀ ਹੈਗੀ। ਤੀਸਰਾ ਹੈ ਨਵੇਂ ਮੈਂਬਰਾਂ ਨੂੰ ਸੰਯੁਕਤ ਰਾਸ਼ਟਰ ਮੈਂਬਰ ਦੇ ਵਿੱਚ ਦਾਖਲ ਕਰਨ ਸੰਬੰਧੀ ਜਿਹੜਾ ਜਾਣਕਾਰੀ ਹੈ ਜਾਂ ਸ਼ਕਤੀ ਹੈ ਉਹ ਇਸ ਕੋਲੇ ਆ ਜਾਂਦੀ ਹੈ। ਸੋ ਨਾ ਇਸ ਦੇ ਦੁਆਰਾ ਕਹਿ ਸਕਦੇ ਹਾਂ ਕਿ ਸੁਰੱਖਿਆ ਪਰਿਸ਼ਦ ਦੀ ਸਿਫਾਰਿਸ਼ ਦੇ ਉੱਪਰ ਮਹਾਸਭਾ ਜਿਹੜੀ ਹੈ 2/3 ਬਹੁਮਤ ਦੇ ਨਾਲ ਇਸ ਬਿਨੇ ਪੱਤਰ ਨੂੰ ਜਿਹੜਾ ਹੈ ਉਹ ਐਕਸੈਪਟ ਕਰਕੇ ਇਸ ਦੇ ਵਿੱਚ ਨਵੇਂ ਮੈਂਬਰਾਂ ਨੂੰ ਐਡ ਕਰ ਸਕਦੀ ਹੈ ਅਤੇ ਪੁਰਾਣੇ ਮੈਂਬਰਾਂ ਨੂੰ ਖਾਰਜ ਵੀ ਕਰ ਸਕਦੀ ਹੈ। ਸੋ ਇਹ ਜਿਹੜੀ ਸੰਸਥਾ ਹੈਗੀ ਹੈ ਸਿਫਾਰਿਸ਼ ਕਰੇਗੀ, ਠੀਕ ਹੈ, ਬਟ ਜਿਹੜੀ ਇਲੈਕਸ਼ਨ ਕਰੇਗੀ ਉਹ ਜਨਰਲ ਅਸੈਂਬਲੀ ਹੀ ਕਰੇਗੀ। ਚੌਥਾ ਹੈ ਸੰਯੁਕਤ ਰਾਸ਼ਟਰ ਵਿੱਚੋਂ ਕਿਸੇ ਵੀ ਮੈਂਬਰ ਨੂੰ ਖਾਰਜ ਕਰਨਾ। ਸੋ ਇਹ ਆਪਾਂ ਹੁਣ ਦੱਸ ਚੁੱਕੇ ਹਾਂ। ਇਸ ਤੋਂ ਇਲਾਵਾ ਸੰਸ਼ੋਧਨ ਦਾ ਕੰਮ, ਸੋ ਇਸ ਦਾ ਵਰਣਨ ਜਿਹੜਾ ਉਹ ਮਹਾਸਭਾ ਦੇ ਕੰਮਾਂ ਦੇ ਵਿੱਚ ਹੀ ਹੁੰਦਾ ਹੈ, ਜਿਸ ਦੇ ਨਾਲ ਇਹ ਕੌਨਸਟੀਟਿਊਸ਼ਨ ਦੇ ਵਿੱਚ, ਹੈ ਨਾ, ਮੀਨਸ ਜਿਹੜਾ ਚਾਰਟਰ ਬਣਿਆ ਹੋਇਆ ਇੱਕ ਆਰਟੀਕਲ ਨੇਗੇ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਤਰਮੀਮ ਜਿਹੜੀ ਆ ਉਹ ਕਰ ਸਕਦੇ ਨੇ, ਪਰ ਇੱਥੇ ਵੀ ਉਸ ਨੂੰ ਮਹਾਸਭਾ ਦੀ ਜਨਰਲ ਅਸੈਂਬਲੀ ਦੀ ਜਿਹੜੀ ਹੈਲਪ ਆ ਉਹ ਲੈਣੀ ਪਵੇਗੀ। ਤੀਸਰਾ ਹੈ ਸੰਗਠਨ ਆਰਥਿਕ ਅਤੇ ਸਮਾਜਿਕ ਪਰਿਸ਼ਦ, ਇਕਨੋਮਿਕ ਐਂਡ ਸੋਸ਼ਲ ਕਾਉਂਸਲ ਜਿਹੜੀ ਆ ਜਾਂਦੀ ਹੈਗੀ। ਸੋ ਇਸ ਦਾ ਜਿਹੜਾ ਮੁੱਖ ਉਦੇਸ਼ ਹੈ ਇਸ ਅੰਗ ਨੂੰ ਨਿਰਮਿਤ ਕਰਨ ਦਾ, ਸੋ ਇਹਦੇ ਵਿੱਚ ਹੈ ਕਿ ਅਨੁਛੇਦ 55 ਦੇ ਵਿੱਚ ਕੁਝ ਇਸ ਦੇ ਉਦੇਸ਼ ਜਿਹੜੇ ਹੈ ਉਹ ਨਿਰਧਾਰਿਤ ਕੀਤੇ ਗਏ ਨੇ, ਜਿਹਦੇ ਆਧਾਰ ਦੇ ਉੱਪਰ ਇਸ ਸੰਸਥਾ ਦਾ, ਇਸ ਸੰਗਠਨ ਦਾ ਨਿਰਮਾਣ ਕੀਤਾ ਗਿਆ ਹੈ। ਪਹਿਲਾ ਹੈ ਕਿ ਜੀਵਨ ਦੇ ਉੱਚ ਪੱਧਰ, ਪੂਰਨ ਰੁਜ਼ਗਾਰ ਦੇਣਾ, ਆਰਥਿਕ ਅਤੇ ਸਮਾਜਿਕ ਤਰੱਕੀ ਕਰਨਾ, ਵਿਕਾਸ ਦੀਆਂ ਅਵਸਥਾਵਾਂ ਜਿਹੜੀਆਂ ਪੈਦਾ ਕਰਨੀਆਂ, ਇਹ ਇਸ ਦਾ ਪ੍ਰਮੁੱਖ ਉਦੇਸ਼ ਹੈ।
ਸੋ ਸਾਰੇ ਰਾਜ ਜਿਹੜੇ ਕਿ ਯੂਨਾਈਟਿਡ ਨੇਸ਼ਨ ਦੇ ਮੈਂਬਰ ਨੇ ਉਹਨਾਂ ਦੇ ਵਿੱਚ ਰੋਜ਼ਗਾਰ ਦੇਣਾ, ਆਰਥਿਕ ਸਥਿਤੀ ਮਜ਼ਬੂਤ ਕਰਨਾ, ਸਮਾਜਿਕ ਤਰੱਕੀ ਕਰਨਾ ਅਤੇ ਵਿਕਾਸ ਡਿਵੈਲਪਮੈਂਟ ਕਰਨਾ ਹਰ ਪੱਖ ਤੋਂ ਇਹਨਾਂ ਦਾ ਪ੍ਰਮੁੱਖ ਕੰਮ ਹੋਵੇਗਾ, ਉਦੇਸ਼ ਹੋਵੇਗਾ। ਦੂਸਰਾ ਹੈ ਕਿ ਅੰਤਰਰਾਸ਼ਟਰੀ ਆਰਥਿਕ, ਸਮਾਜਿਕ, ਸਿਹਤ, ਹੋਰ ਸਮੱਸਿਆਵਾਂ ਦੇ ਹੱਲ ਲਈ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਅਤੇ ਸਿੱਖਿਆ ਸਹਿਯੋਗ ਵਿਕਸਿਤ ਕਰਨਾ ਇਸ ਦਾ ਪ੍ਰਮੁੱਖ ਕੰਮ ਹੈ। ਇਸ ਤੋਂ ਇਲਾਵਾ ਵੰਸ਼, ਲਿੰਗ, ਭਾਸ਼ਾ ਜਾਂ ਧਰਮ ਦੇ ਆਧਾਰ ਦੇ ਉੱਪਰ ਜੇਕਰ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਕੀਤਾ ਜਾਂਦਾ ਹੈ ਤਾਂ ਉਸ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਉਹ ਇਸੇ ਦੀ ਹੋਵੇਗੀ। ਮਨੁੱਖੀ ਅਧਿਕਾਰਾਂ, ਮੌਲਿਕ ਸੁਤੰਤਰਤਾਵਾਂ ਦੇ ਵਿਸ਼ੇ ਦੇ ਵਿੱਚ ਵੀ ਜਿਹੜਾ ਪਾਲਣਾ ਕਰਾਉਣ ਦੀ ਜਿਹੜੀ ਜ਼ਿੰਮੇਵਾਰੀ ਹੋਵੇਗੀ ਉਹ ਇਸੇ ਸੰਸਥਾ ਦੀ ਹੋਵੇਗੀ, ਯਾਨੀ ਕਿ ਉਸ ਦੇ ਉੱਪਰ ਵੀ ਇਹ ਫੋਕਸ ਕਰੇਗੀ। ਸੋ ਇਸ ਦੇ ਪ੍ਰਮੁੱਖ ਉਦੇਸ਼ ਨੇ ਜਿਹੜੇ ਕਿ ਅਨੁਛੇਦ 55 ਦੇ ਵਿੱਚ ਜ਼ਿਕਰ ਕੀਤੇ ਗਏ ਹੈਗੇ ਨੇ। ਓਕੇ, ਸੋ ਇਸ ਦੀ ਕੰਪੋਜੀਸ਼ਨ ਹੈ ਕਿ ਇਸ ਦੇ ਚਾਰਟਰ ਅਧਿਆਇ 10 ਦੇ ਵਿੱਚ ਅਨੁਛੇਦ 61 ਦੇ ਵਿੱਚ ਇਹ ਵਿਕਸਿਤ ਕੀਤਾ ਗਿਆ ਹੈ, ਇਹ ਪੇਸ਼ ਕੀਤਾ ਗਿਆ ਹੈ ਕਿ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ ਰਚਨਾ ਕੀਤੀ ਜਾਵੇਗੀ। ਠੀਕ ਹੈ, ਔਰ ਮੂਲ ਰੂਪ ਦੇ ਵਿੱਚ ਇਸ ਦੇ ਮੈਂਬਰ ਜਿਹੜੇ ਯਾਨੀ ਕਿ ਸ਼ੁਰੂਆਤ ਦੇ ਵਿੱਚ ਇਸ ਦੇ 18 ਮੈਂਬਰ ਸੀਗੇ। ਠੀਕ ਹੈ, ਸੰਖਿਆ ਇਸ ਦੀ ਟੋਟਲ 18 ਸੀਗੀ ਜਦੋਂ ਸ਼ੁਰੂਆਤ ਦੇ ਵਿੱਚ ਇਸ ਦਾ ਨਿਰਮਾਣ ਕੀਤਾ ਗਿਆ ਸੀਗਾ, ਪਰ ਅਗਸਤ 1965 ਦੇ ਵਿੱਚ ਚਾਰਟਰ ਦੇ ਵਿੱਚ ਸੋਧ ਕਰਕੇ ਇਸ ਦੇ ਮੈਂਬਰਾਂ ਦੀ ਸੰਖਿਆ ਜਿਹੜੀ ਹੈ ਉਹ 18 ਤੋਂ ਵਧਾ ਕੇ 27 ਕਰ ਦਿੱਤੀ ਗਈ ਸੀਗੀ ਅਤੇ ਇਸ ਤੋਂ ਬਾਅਦ ਫਿਰ 20 ਦਸੰਬਰ 1975 ਨੂੰ ਇੱਕ ਹੋਰ ਸੋਧ ਦੇ ਰਾਹੀਂ ਇਸ ਦੇ ਮੈਂਬਰਾਂ ਦੀ ਸੰਖਿਆ ਜਿਹੜੀ ਹੈ ਉਹ 27 ਤੋਂ ਵਧਾ ਕੇ 54 ਮੈਂਬਰ ਜਿਹੜੀ ਉਹ ਕਰ ਦਿੱਤੀ ਸੀ ਅਤੇ ਵਰਤਮਾਨ ਸਮੇਂ ਵੀ ਜਿਹੜੇ ਇਸ ਦੇ ਮੈਂਬਰ ਆ ਉਹ 54 ਹੀ ਹੈਗੇ ਨੇਗੇ। ਓਕੇ ਜੀ, ਵਰਤਮਾਨ ਸਮੇਂ ਵੀ ਜਿਹੜੇ ਇਕਨੋਮਿਕ ਐਂਡ ਸੋਸ਼ਲ ਕਾਉਂਸਲ ਜਿਹੜੀ ਹੈ ਉਸ 'ਤੇ 54 ਮੈਂਬਰ ਜਿਹੜੇ ਹੈਗੇ ਨੇ। ਸੋ ਇਸ ਦੀ ਜਿਹੜੀ ਚੋਣ ਹੈ ਉਹ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੀ ਚੋਣ ਜਿਹੜੀ ਹੈ ਉਹ ਮਹਾਂ ਸਭਾ ਜਨਰਲ ਅਸੈਂਬਲੀ ਦੇ ਦੁਆਰਾ ਕੀਤੀ ਜਾਂਦੀ ਹੈਗੀ ਔਰ ਇਸ ਦੀ ਸਿਫਾਰਿਸ਼ ਵੀ ਜਿਹੜੀ ਕੀਤੀ ਜਾਂਦੀ ਹੈਗੀ ਹੈ ਨਾ ਸੁਰੱਖਿਆ ਪਰਿਸ਼ਦ ਦੇ ਦੁਆਰਾ। ਸੋ ਇਸ ਦੇ ਜਿਹੜੇ ਮੈਂਬਰ ਨੇ ਉਹ 3 ਸਾਲਾਂ ਦੇ ਲਈ ਚੁਣੇ ਜਾਂਦੇ ਹੈਗੇ ਨੇ, ਯਾਨੀ ਕਿ ਉਹਨਾਂ ਦਾ ਕਾਰਜਕਾਲ ਉਹ 3 ਸਾਲਾਂ ਦਾ ਹੁੰਦਾ ਹੈ ਅਤੇ ਇਸ ਦੇ 1/3 ਮੈਂਬਰ ਭਾਵ ਕਿ 54 ਦੇ ਵਿੱਚੋਂ 1/3 ਬਣਦੇ ਹੈਗੇ 18 ਮੈਂਬਰ। ਸੋ 1 ਸਾਲ ਤੋਂ ਬਾਅਦ ਰਿਟਾਇਰ ਹੋ ਜਾਂਦੇ ਹੈਗੇ ਨੇ। ਸੋ ਉਸ ਦੀ ਜਗ੍ਹਾ ਦੇ ਉੱਪਰ ਜਿਹੜੇ ਕਹਿ ਸਕਦੇ ਨੇ ਨਵੇਂ ਮੈਂਬਰ ਜਿਹੜੇ ਉਹ ਇਲੈਕਟ ਕਰ ਲਏ ਜਾਂਦੇ ਨੇ। ਸੋ 3 ਸਾਲਾਂ ਦਾ ਕਾਰਜਕਾਲ ਹੁੰਦਾ ਹੈ। ਹਰ ਸਾਲ ਜਿਹੜਾ ਕਹਿ ਸਕਦੇ ਨੇ ਇਸ ਦੇ 1/3 ਮੈਂਬਰ ਜਿਹੜੇ ਆ ਉਹ ਖਾਰਜ ਕਰ ਦਿੱਤੇ ਜਾਂਦੇ ਨੇ, ਰਿਟਾਇਰ ਕਰ ਦਿੱਤੇ ਜਾਂਦੇ ਹੈਗੇ ਨੇਗੇ ਔਰ ਉਸ ਦੀ ਜਗ੍ਹਾ ਦੇ ਉੱਪਰ ਨਵੇਂ ਮੈਂਬਰ ਜਿਹੜੇ ਆ ਉਹ ਇਲੈਕਟ ਕਰ ਲਿੱਤੇ ਜਾਂਦੇ ਨੇ। ਔਰ ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਦੇ ਜਿਹੜੇ ਦੁਬਾਰਾ ਤੋਂ ਮਤਲਬ ਮੈਂਬਰ ਉਹ ਬਣ ਸਕਦੇ ਹੈਗੇ ਨੇ ਜੇਕਰ ਕੋਈ ਮੈਂਬਰ ਬਣਨਾ ਚਾਹੁੰਦਾ ਹੈ ਔਰ ਇਸ ਦਾ ਹੈੱਡਕੁਆਟਰ ਜਿਹੜਾ ਹੈ ਉਹ ਨਿਊਯਾਰਕ ਵਿਖੇ ਸਥਿਤ ਹੈਗਾ ਗਾ। ਓਕੇ, ਅਗਰ ਇਸ ਇਜਲਾਸ ਦੀ ਗੱਲ ਕਰੀਏ ਇਸ ਦੀ ਤਾਂ ਇਜਲਾਸ ਦੇ ਵਿੱਚ ਇਸ ਦਾ ਵਰਣਨ ਜਿਹੜਾ ਹੈ ਅਨੁਛੇਦ 72 ਦੇ ਵਿੱਚ ਕੀਤਾ ਗਿਆ ਹੈ ਕਿ ਆਰਥਿਕ ਅਤੇ ਸਮਾਜਿਕ ਪਰਿਸ਼ਦ ਦਾ ਜਿਹੜਾ ਇਜਲਾਸ ਆ ਉਹ ਕਿਸ ਤਰੀਕੇ ਨਾਲ ਉਦੋਂ ਕਦੋਂ ਹੋਣਾ ਚਾਹੀਦਾ ਹੈ ਅਤੇ ਸਧਾਰਨ ਤੌਰ ਦੇ ਉੱਪਰ 1 ਸਾਲ ਦੇ ਵਿੱਚ 2 ਇਜਲਾਸ ਕਰਨੇ ਜ਼ਰੂਰੀ ਹੈਗੇ ਨੇਗੇ ਇਸ ਸੰਗਠਨ ਦੇ ਲਈ ਔਰ ਇਹ ਇਜਲਾਸ ਆਮ ਤੌਰ ਦੇ ਉੱਪਰ ਅਪ੍ਰੈਲ ਤੋਂ ਜੁਲਾਈ ਮਹੀਨੇ ਦੇ ਵਿੱਚ ਹੁੰਦਾ ਹੈ ਅਤੇ ਨਿਊਯਾਰਕ ਅਤੇ ਜਨੇਵਾ ਦੇ ਖੇਤਰ ਦੇ ਵਿੱਚ ਇਹ ਜਿਹੜਾ ਇਜਲਾਸ ਹੁੰਦੇ ਹੈਗੇ ਨੇਗੇ। ਠੀਕ ਹੈ, ਨੈਕਸਟ ਹੈ ਨਿਰਣੇ। ਸੋ ਸਾਰੇ ਮਾਮਲਿਆਂ ਦਾ ਨਿਰਣਾ ਹਾਜ਼ਰ ਅਤੇ ਵੋਟ ਦੇਣ ਵਾਲੇ ਮੈਂਬਰਾਂ ਦੇ ਸਧਾਰਨ ਬਹੁਮਤ ਦੇ ਨਾਲ ਹੀ ਹੁੰਦਾ ਹੈ। ਸੋ ਕਿਸੇ ਵੀ ਤਰ੍ਹਾਂ ਦਾ ਨਿਰਣਾ ਲੈਣਾ ਹੈ ਤਾਂ ਉਹਦੇ ਲਈ ਬਹੁਮਤ ਲੈਣਾ ਇੱਥੇ ਜ਼ਰੂਰੀ ਹੁੰਦਾ ਇਹਨਾਂ ਦੇ ਲਈ। ਓਕੇ, ਨੈਕਸਟ ਹੈ ਆਰਥਿਕ ਅਤੇ ਸਮਾਜਿਕ ਪਰਿਸ਼ਦ ਦੇ ਕਾਰਜ। ਇਸ ਦੇ ਪ੍ਰਮੁੱਖ ਕਾਰਜ ਕੀ ਹੈਗੇ ਨੇਗੇ ਕਿ ਅਧਿਐਨ ਅਤੇ ਰਿਪੋਰਟ ਤਿਆਰ ਕਰਨਾ। ਸੋ ਸੰਯੁਕਤ ਰਾਸ਼ਟਰ ਦੇ ਅਧੀਨ ਹੈ ਨਾ ਜਿੰਨੇ ਵੀ ਕਹਿ ਸਕਦੇ ਹੈਗੇ ਆ ਕਿ ਅੰਤਰਰਾਸ਼ਟਰੀ ਆਰਥਿਕ, ਸਮਾਜਿਕ, ਸੱਭਿਆਚਾਰਕ, ਸਿੱਖਿਆ, ਸਿਹਤ ਦੇ ਨਾਲ ਸੰਬੰਧਿਤ ਵਿਸ਼ਿਆਂ ਦੇ ਸੰਬੰਧੀ ਅਧਿਐਨ ਕੀਤਾ ਜਾਂਦਾ ਹੈ ਅਤੇ ਇਸ ਵਿਸ਼ੇ ਵਿੱਚ ਆਪਣੀਆਂ ਸਿਫਾਰਸ਼ਾਂ ਮਹਾਸਭਾ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਅਤੇ ਸੰਬੰਧਿਤ ਵਿਸ਼ੇਸ਼ ਅੰਸ਼ੀਆਂ ਨੂੰ ਰਿਪੋਰਟ ਦੇ ਕੇ ਉਸ ਦੇ ਰੂਪ ਦੇ ਵਿੱਚ ਭੇਜਣ ਦੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਇਸੇ ਸੰਸਥਾ ਦੀ ਹੁੰਦੀ ਹੈਗੀ ਆ ਤਾਂ ਕਿ ਇਸ ਚੀਜ਼ ਦੇ ਉੱਪਰ ਜਿਹੜਾ ਹੈ ਉਹ ਨਿਗਰਾਨੀ ਜਿਹੜੀ ਕੀਤੀ ਜਾ ਸਕੇ ਹੈ ਨਾ, ਕਿਸੇ ਪੱਖ ਤੋਂ ਵੀਕ ਲੱਗਦਾ ਉਸ ਨੂੰ ਹੈ ਨਾ ਮਤਲਬ ਠੀਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸੋ ਇਹ ਕੰਮ ਜਿਹੜੇ ਨਹੀਂ ਆਉਂਦੇ ਸੋ ਐਡ ਕੀਤੇ ਹੋਏ ਨੇ ਤਾਂ ਕਿ ਨਾ ਤੁਸੀਂ ਇਸ ਨੂੰ ਪੂਰਾ ਇੱਕ ਕੰਬੀਨੇਸ਼ਨ ਬਣਾ ਕੇ ਸਮਝ ਸਕੋ। ਕੰਮ ਕਦੇ ਵੀ ਜਿਹੜਾ ਹੈ ਕੁਐਸਚਨ ਦੇ ਵਿੱਚ ਨਹੀਂ ਆਉਂਦੇ, ਜ਼ਿਆਦਾਤਰ ਐਸਟੈਬਲਿਸ਼ਮੈਂਟ ਹੀ ਆਉਂਦੀ ਹੈ ਔਰ ਸੰਸਥਾ ਪੁੱਛੀਆਂ ਜਾਂਦੀਆਂ ਨੇ ਅਤੇ ਕੰਟਰੀ ਜਿਹੜੀ ਉਹ ਪੁੱਛੀ ਜਾਂਦੀ ਹੁੰਦੀ ਹੈ ਜਿਸ ਦਾ ਹੈੱਡਕੁਆਟਰ ਪੁੱਛਿਆ ਜਾਂਦਾ ਹੁੰਦਾ ਹੈ। ਓਕੇ, ਸੋ ਵਿਚਾਰ ਵਟਾਂਦਰਾ ਜਿਹੜਾ ਹੈ ਇਸ ਦੇ ਵਿੱਚ ਸਿਫਾਰਸ਼ਾਂ ਸੰਬੰਧੀ ਹੈ ਨਾ ਸੋ ਕਹਿ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ ਸਿਫਾਰਸ਼ਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ, ਡਿਸਕਸ਼ਨ ਕੀਤੀ ਜਾਂਦੀ ਹੈ ਕਿਸੇ ਵੀ ਮਸਲੇ ਨੂੰ ਸੁਲਝਾਉਣ ਦੇ ਲਈ ਹੈ ਨਾ ਔਰ ਕਿਸੇ ਵੀ ਸਿਸਟਮ ਨੂੰ ਜਾਂ ਕਿਸੇ ਵੀ ਬਿੱਲ ਦੇ ਉੱਪਰ ਇਹ ਕਹਿ ਸਕਦੇ ਹੈਗੇ ਅੱਗੇ ਸਿਫਾਰਸ਼ ਜਿਹੜੀ ਹੈ ਉਹ ਕਰ ਸਕਦੀ ਹੈਗੀ। ਆਰਥਿਕ ਤਕਨੀਕੀ ਸਹਾਇਤਾ ਕਾਰਜ। ਸੋ ਇਸ ਦੇ ਦੌਰਾਨ ਜਿਹੜਾ ਕਹਿ ਸਕਦੇ ਹਾਂ ਦੇਸ਼ਾਂ ਨੂੰ ਜਿਹੜੇ ਕਿ ਹੈ ਨਾ ਵਿਸ਼ਵ ਦੇ ਵਿੱਚ ਵਿਕਸਿਤ ਹੋ ਚੁੱਕੇ ਨੇ ਸੋ ਉਹਨਾਂ ਦੇ ਉੱਪਰ ਫੋਕਸ ਕਰਨਾ। ਇਸ ਤੋਂ ਬਾਅਦ ਜਿਹੜੇ ਅਵਿਕਸਿਤ ਨੇਗੇ ਹਲੇ ਅਨਡਿਵੈਲਪਡ ਨੇਗੇ ਹਲੇ ਡਿਵੈਲਪਿੰਗ ਹੋ ਰਹੇ ਹੈਗੇ ਨੇਗੇ ਸੋ ਉਹਨਾਂ ਨੂੰ ਕਹਿ ਸਕਦੇ ਹਾਂ ਆਰਥਿਕ ਸਹਾਇਤਾ ਦੇਣੀ, ਤਕਨੀਕੀ ਸਹਾਇਤਾ ਦੇਣੀ ਤਾਂ ਕਿ ਉਹ ਕੰਟਰੀਆਂ ਵੀ ਜਿਹੜੀਆਂ ਆਪਣੀ ਕੰਟਰੀ ਦੇ ਵਿੱਚ ਇੱਕ ਅੱਛਾ ਜਿਹੜਾ ਵਿਕਾਸ ਆ ਉਹ ਕਰ ਸਕਣ। ਮਨੁੱਖੀ ਅਧਿਕਾਰਾਂ ਦਾ ਵਿਕਾਸ ਕਰਨਾ। ਸੋ ਹੈ ਨਾ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਾ ਕਰਨਾ, ਸਾਰਿਆਂ ਨੂੰ ਬਰਾਬਰ ਦੇ ਹੱਕ ਦੇਣਾ, ਜਾਤ, ਧਰਮ, ਨਸਲ, ਰੰਗ ਦੇ ਆਧਾਰ ਦੇ ਉੱਪਰ ਕੋਈ ਵਿਤਕਰਾ ਜਿਹੜਾ ਨਹੀਂ ਕੀਤਾ ਜਾਊਗਾ। ਇਸ ਚੀਜ਼ ਨੂੰ ਯਕੀਨੀ ਬਣਾਉਣ ਦੇ ਲਈ ਜਿਹੜਾ ਹੈ ਇਹ ਸੰਸਥਾ, ਇਹ ਸੰਗਠਨ ਜਿਹੜਾ ਉਹ ਕੰਮ ਕਰਦਾ ਹੈ।
ਪੰਜਵਾਂ ਹੈ ਸਹਿਯੋਗ ਅਤੇ ਤਾਲਮੇਲ ਦੀ ਭਾਵਨਾ। ਸੋ ਇਸ ਦੇ ਅਧੀਨ ਜਿਹੜਾ ਹੈ ਕਿ ਸਾਰੇ ਜਿਹੜੇ ਰਾਸ਼ਟਰ ਨੇ ਉਹਨਾਂ ਦੇ ਵਿੱਚ ਆਰਥਿਕ ਤੌਰ ਦੇ ਉੱਪਰ, ਸਮਾਜਿਕ ਤੌਰ ਦੇ ਉੱਪਰ, ਸਿਹਤ ਪੱਖੋਂ, ਠੀਕ ਆ, ਜਾਂ ਹੋਰ ਕਿਸੇ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਕਿ ਮਿਲ ਕੇ ਹੈ ਨਾ ਨਿਰਮਾਣ ਕਰਦੀ ਹੋਵੇ, ਅਤੇ ਜਿੱਥੇ ਉਹਨਾਂ ਨੂੰ ਸਹਿਯੋਗ ਦੀ ਜ਼ਰੂਰਤ ਹੋਵੇ ਉੱਥੇ ਸਹਿਯੋਗ ਦੇਣਾ, ਤਾਂ ਕਿ ਸਾਰੀਆਂ ਕੰਟਰੀਆਂ ਜਿਹੜੀਆਂ ਉਹ ਬਰਾਬਰ ਦਾ ਜਿਹੜਾ ਕਹਿ ਸਕਦੇ ਹਨ ਆਪਣਾ ਨਿਰਮਾਣ ਕਰ ਸਕਣ, ਬਿਨਾਂ ਕਿਸੇ ਭੇਦਭਾਵ ਦੇ, ਬਿਨਾਂ ਕਿਸੇ ਊਚ ਨੀਚ ਦੇ ਕਾਰਨ। ਓਕੇ, ਸੋ ਇੱਥੇ ਸਹਿਯੋਗ ਅਤੇ ਤਾਲਮੇਲ ਜਿਹੜਾ ਉਹ ਮੁੱਖ ਭੂਮਿਕਾ ਰਹਿੰਦੀ ਹੈ। ਸੋ ਸਾਰੀਆਂ ਜਿਹੜੀਆਂ ਕਹਿ ਸਕਦੇ ਹਾਂ ਸੰਸਥਾਵਾਂ ਨੇ ਉਹ ਮਿਲ ਕੇ ਇਸ ਦਾ ਨਿਰਮਾਣ ਕਰਦੀਆਂ ਹੈਗੀਆਂ ਨੇ। ਨੈਕਸਟ ਹੈ ਟਰਸਟੀਸ਼ਿਪ ਕੌਂਸਲ, ਜਿਹਨੂੰ ਅਮਾਨਤੀ ਜਿਹੜਾ ਕਿਹਾ ਜਾਂਦਾ ਹੈਗਾ ਨਾ ਪ੍ਰੀਸ਼ਦ। ਸੋ ਅਮਾਨਤੀ ਪ੍ਰੀਸ਼ਦ ਦੀ ਅਗਰ ਰਚਨਾ ਦੀ ਗੱਲ ਕਰੀਏ ਤਾਂ ਅਧਿਆਇ 13 ਦੇ ਵਿੱਚ ਅਮਾਨਤੀ ਪ੍ਰੀਸ਼ਦ ਦੀ ਵਿਵਸਥਾ ਕੀਤੀ ਗਈ ਹੈ, ਅਤੇ ਇਹ ਅਧਿਆਇ ਦੇ ਅਨੁਛੇਦ 86 ਤੋਂ 91 ਤੱਕ ਇਸ ਦੀ ਜਿਹੜੀ ਰਚਨਾ ਦੇ ਬਾਰੇ ਵਿਸਤਾਰਪੂਰਵਕ ਦੱਸਿਆ ਗਿਆ ਹੈ। ਔਰ ਇਸ ਦੀ ਕੰਪੋਜੀਸ਼ਨ ਦੀ ਗੱਲ ਕਰੀਏ ਤਾਂ ਅਮਾਨਤੀ ਪ੍ਰੀਸ਼ਦ ਦੀ ਰਚਨਾ ਦਾ ਵਰਣਨ ਅਨੁਛੇਦ 86 ਦੇ ਵਿੱਚ ਕੀਤਾ ਗਿਆ ਹੈ, ਜਿਸ ਦੇ ਵਿੱਚ ਇਹਨਾਂ ਨੇ ਅਮਾਨਤੀ ਮੈਂਬਰਾਂ ਦੇ ਸ਼ਾਮਲ ਹੋਣ ਦੇ ਲਈ ਕੁਝ ਸ਼ਰਤਾਂ ਜਿਹੜੀਆਂ ਉਹ ਰੱਖੀਆਂ ਹੋਈਆਂ ਨੇ। ਸੋ ਜਿਹੜੇ ਕਿ ਮੈਂਬਰ ਇਸ ਦੇ ਵਿੱਚ ਐਡ ਹੋ ਸਕਦੇ ਨੇ। ਪਹਿਲਾ ਕਿ ਜਿਹੜੇ ਰਾਜ ਟਰਸਟ ਖੇਤਰਾਂ ਦਾ ਪ੍ਰਬੰਧ ਕਰ ਰਹੇ ਹਨ ਉਹਨਾਂ ਨੂੰ ਇਸ ਦਾ ਜਿਹੜਾ ਮੈਂਬਰ ਉਹ ਬਣਾਇਆ ਜਾਂਦਾ ਹੈਗਾ ਗਾ, ਟਰਸਟ ਹੈ ਨਾ, ਖਰਚ ਦੇ ਪ੍ਰਤੀ ਅਮਾਨਤ ਦੇ ਲਈ। ਇਸ ਤੋਂ ਬਾਅਦ ਸੰਯੁਕਤ ਰਾਜ ਅਮਰੀਕਾ, ਫਰਾਂਸ, ਚੀਨ, ਗ੍ਰੇਟ ਬ੍ਰਿਟੇਨ ਅਤੇ ਰੂਸ ਜਿਹੜੇ ਆ ਉਹ ਇਸ ਦੇ ਮੈਂਬਰ ਰਹਿਣਗੇ। ਯਾਨੀ ਕਿ ਦੂਜੇ ਸ਼ਬਦਾਂ ਦੇ ਵਿੱਚ ਅਸੀਂ ਕਹੀਏ ਪ੍ਰੀਸ਼ਦ ਦੇ ਸਥਾਈ ਮੈਂਬਰ, ਭਾਵੇਂ ਕਿ ਉਹ ਟਰਸਟੀ ਖੇਤਰਾਂ ਦਾ ਪ੍ਰਸ਼ਾਸਨ ਨਹੀਂ ਕਰ ਰਹੇ, ਫਿਰ ਵੀ ਉਹ ਇਸ ਟਰਸਟੀਸ਼ਿਪ ਕੌਂਸਲ ਦੇ ਮੈਂਬਰਾਂ ਦੇ ਵਿੱਚ ਸ਼ਾਮਲ ਰਹਿਣਗੇ। ਠੀਕ ਹੈ, ਬਾਕੀ ਦੂਜੇ ਜਿਹੜੇ ਮੈਂਬਰ ਹੋਣਗੇ ਉਹਨਾਂ ਦੇ ਲਈ ਜ਼ਰੂਰੀ ਹੋਵੇਗਾ ਕਿ ਟਰਸਟ ਖੇਤਰ ਦੇ ਵਿੱਚ ਉਹ ਕੰਮ ਕਰ ਰਹੇ ਹੋਣ ਜਾਂ ਪ੍ਰਬੰਧ ਕਰ ਰਹੇ ਹੋਣ। ਔਰ ਇਸ ਤੋਂ ਬਾਅਦ ਹੈ ਕਿ ਮੈਂਬਰ ਜਿਹੜੇ ਨੇ ਉਹ ਮਹਾਸਭਾ ਦੇ ਦੁਆਰਾ 3 ਸਾਲਾਂ ਦੇ ਲਈ ਚੁਣੇ ਜਾਂਦੇ ਹੈਗੇ ਨੇਗੇ, 3 ਸਾਲਾਂ ਤੱਕ ਜਿਹੜਾ ਕਾਰਜਕਾਲ ਦੇ ਵਿੱਚ ਰਹਿੰਦੇ ਨੇ। ਔਰ ਇਸ ਦਾ ਜਿਹੜਾ ਹੈੱਡਕੁਆਟਰ ਹੈ ਉਹ ਨਿਊਯਾਰਕ ਦੇ ਵਿੱਚ ਸਥਿਤ ਹੈ। ਸੋ ਇਸ ਦੇ ਕੰਮ ਕੀ ਨੇਗੇ? ਸੋ ਪਹਿਲਾ ਹੈ ਸੁਰੱਖਿਅਤ ਖੇਤਰਾਂ ਦੇ ਵਿੱਚ ਵਸਣ ਵਾਲੇ ਲੋਕਾਂ ਦੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਵਿਕਾਸ ਦੇ ਲਈ ਯਤਨ ਕਰਨਾ। ਦੂਸਰਾ ਹੈ ਅਜਿਹੇ ਖੇਤਰਾਂ ਨੂੰ ਸੁਤੰਤਰਤਾ ਪ੍ਰਦਾਨ ਕਰਨਾ ਜਾਂ ਪ੍ਰਾਪਤ ਕਰਨਾ ਅਤੇ ਸਵੈ ਸ਼ਾਸਨ ਦੇ ਯੋਗ ਬਣਾਉਣਾ, ਜਿਹੜੇ ਪਹਿਲਾਂ ਕਿਸੇ ਦੇ ਗੁਲਾਮ ਰਹੇ ਸੀਗੇ ਜਾਂ ਹਾਲੇ ਵਿਕਸਿਤ ਨਹੀਂ ਹੋ ਪਾਏ। ਬਿਨਾਂ ਕਿਸੇ ਭੇਦਭਾਵ ਦੇ ਸਾਰੇ ਖੇਤਰਾਂ ਦੇ ਵਿੱਚ ਵਸਦੇ ਲੋਕਾਂ ਨੂੰ ਮਨੁੱਖੀ ਅਧਿਕਾਰ ਅਤੇ ਸੁਤੰਤਰਤਾਵਾਂ ਪ੍ਰਦਾਨ ਕਰਨਾ ਇਹਨਾਂ ਦੀ ਜ਼ਿੰਮੇਵਾਰੀ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਸ਼ਾਂਤੀ ਅਤੇ ਵਿਵਸਥਾ ਸਥਾਪਿਤ ਕਰਨ ਦੇ ਲਈ ਲੋੜੀਂਦੇ ਯਤਨ ਕਰਨ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਹੈ। ਔਰ ਇਹਨਾਂ ਖੇਤਰਾਂ ਦੇ ਵਸਨੀਕਾਂ ਦੀਆਂ ਪ੍ਰਾਰਥਨਾਵਾਂ 'ਤੇ ਵਿਚਾਰ ਕਰਨਾ, ਤਾਂ ਕਿ ਉਹਨਾਂ ਦੇ ਨਿਵਾਸੀਆਂ ਦੀ ਵਾਸਤਵਿਕ ਸਥਿਤੀ ਜਿਹੜੀ ਹੈ ਉਹ ਗਿਆਨ ਹੋ ਸਕੇ, ਉਸ ਦੇ ਵਿੱਚ ਸੁਧਾਰ ਕੀਤਾ ਜਾ ਸਕੇ। ਇਹ ਅਮਾਨਤੀ ਪ੍ਰੀਸ਼ਦ ਦੇ ਯਤਨਾਂ ਸਦਕਾ ਹੀ ਲੀਬੀਆ, ਟਾਂਗਾਨੀਕਾ, ਸੋਮਾਲੀਆ, ਫ੍ਰੈਂਚ ਕੈਮਰੂਨ, ਬਰਤਾਨੀਆ ਕੈਮਰੂਨ ਅਤੇ ਨਮਾਬੀਆ ਦੀ ਸੁਰੱਖਿਅਤ ਖੇਤਰਾਂ ਦੇ ਵਿੱਚ ਸੁਤੰਤਰਤਾ ਪ੍ਰਾਪਤ ਕਰ ਚੁੱਕੇ ਨੇ। ਯਾਨੀ ਕਿ ਇਸ ਸੰਸਥਾ ਨੇ ਹੀ ਉਸ ਦੇ ਵਿੱਚ ਯੋਗਦਾਨ ਜਿਹੜਾ ਪਾਇਆ ਹੈਗਾ ਗਾ। ਓਕੇ, ਸੋ ਅੱਜ ਦਾ ਟੌਪਿਕ ਜਿਹੜਾ ਹੈ ਇੱਥੇ ਹੀ ਖਤਮ ਕਰਦੇ ਹਾਂ। ਸੋ ਨੈਕਸਟ ਪਾਰਟ ਜਿਹੜਾ ਉਹ ਕੱਲ੍ਹ ਆਪਾਂ ਡਿਸਕਸ ਕਰਾਂਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।